1823 ਦੇ ਵਿੱਚ ਜਦੋਂ ਪੈਸ਼ਾਵਰ ਤੇ ਕਾਬਲ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੈ ਕਿ ਤੁਸੀਂ ਉਹਨਾਂ ਨੂੰ ਉਸ ਪੱਧਰ ਦੇ ਉੱਤੇ ਗਏ ਹੋ। ਤੇ ਉੱਥੇ ਵੀ ਹਰੀ ਸਿੰਘ ਨਲੂਆ ਤੋਂ ਲੈ ਕੇ ਬਾਕੀ ਵੀ ਜਿਹੜੀਆਂ ਕਿਤਾਬਾਂ ਜਾਂ ਮਿਲਦੀਆਂ ਨੇ ਉਹ ਕਹਿੰਦੇ ਸੀ ਉਹਨਾਂ ਨੂੰ ਪੈਰਲਲ ਟੱਕਰੋ ਜੀ, ਉਨਾ ਹੀ ਜ਼ੁਲਮ ਕਰੋ ਉਸੇ ਤਰੀਕੇ। ਇਹ ਅਖਾਣ ਵੀ ਬਣੇ ਨੇ ਇਸੇ ਕਰਕੇ ਉਹਦੇ ਚੋਂ ਕਿ ਲੋਕ ਅਫਗਾਨ ਮਾਵਾਂ ਇਹ ਕਹਿਣ ਲੱਗ ਗਈਆਂ ਸੀ ਵਿੱਚੋਂ ਕਿ ਸੌਂ ਜੋ ਪੁੱਤ ਨਹੀਂ ਨਲੂਆ ਆ ਜਾਊਗਾ। ਤਾਂ ਮਤਲਬ ਕਿਸ ਲੈਵਲ ਦਾ ਇੱਕ ਔਰਾ ਬਿਠਾਇਆ ਹੋਊਗਾ ਦਿਮਾਗ ਦੇ ਵਿੱਚ। ਇੱਕ ਰਿਵਾਜ ਹੈ ਕਿ ਮੈਂ ਦੁਨੀਆ ਦਾ ਰਾਜਾ, ਸਿਕੰਦਰ ਤੋਂ ਲੈ ਕੇ ਸਿਕੰਦਰ ਵੀ ਆਇਆ ਸੀ ਦੁਨੀਆ ਜਿੱਤਣ ਕਿ ਮੈਂ ਵੀ ਦੁਨੀਆ ਤੇ ਰਾਜ ਕਰਨਾ ਹੈ। ਉਸੇ ਤਰ੍ਹਾਂ ਅਮਰੀਕਾ, ਪਰ ਉਹਨਾਂ ਨੂੰ ਕਾਊਂਟਰ ਕਰਨ ਵਾਲੇ ਲੋਕ ਵੀ ਨੇ, ਕਾਊਂਟਰ ਕਰਨ ਵਾਲਾ ਇੰਟੈਲੈਕਚੁਅਲ ਤਬਕਾ ਵੀ ਹੈ ਬਹੁਤ ਵੱਡਾ। ਅਮਰੀਕਾ 'ਚ ਤਾਂ ਕਾਫੀ ਹੈ। ਨੋਮ ਚੋਮਸਕੀ ਉਹਦੇ ਤੋਂ ਸਭ ਤੋਂ ਵੱਡਾ ਨਾਮ ਜਿਹੜਾ ਕਹਿੰਦਾ ਸੁਪਰ ਪਾਵਰਿਜ਼ਮ ਤੇ ਟੈਰਰਿਜ਼ਮ ਇੱਕੋ ਸਿੱਕੇ ਦੇ ਦੋ ਪਾਸੇ ਨੇ। ਮਹਾਸ਼ਕਤੀਵਾਦ ਦੀ ਧਾਰਨਾ ਦਿਮਾਗ 'ਚ ਲਈ ਫਿਰਦੇ ਹੋ ਕਿ ਮੈਂ ਮਹਾਸ਼ਕਤੀ ਬਣਨਾ ਹੈ, ਤਾਂ ਟੈਰਰਿਜ਼ਮ ਨੂੰ ਕੋਈ ਦੁਨੀਆ ਦੀ ਤਾਕਤ ਹਿਲਾ ਨਹੀਂ ਸਕਦੀ, ਉਹ ਵੀ ਉੱਡੇ ਹੀ ਵੱਡੇ ਪੱਧਰ ਤੇ ਫੈਲੂ। ਪਰ ਹੁਣ 9/11 ਤੋਂ ਬਾਅਦ ਭਾਸ਼ਾ 'ਚੋਂ ਮਿਲੀਟੈਂਟ ਸ਼ਬਦ ਹੀ ਕੱਢ ਰਹੇ ਹੋ ਤੁਸੀਂ ਕਹਿੰਦੇ ਹੋ ਸਾਰੇ ਹੀ ਅੱਤਵਾਦੀ ਨੇ। ਉਦੋਂ ਬਾਅਦ ਇਹ ਹੋਇਆ, ਇਹ ਫਰਕ ਪਿਆ ਲੋਕਾਂ ਦੀ ਧਾਰਨਾ ਦੇ ਵਿੱਚ। ਹਰ ਹਥਿਆਰਬੰਦ ਅੰਦੋਲਨ ਅੱਤਵਾਦੀ ਅੰਦੋਲਨ ਦੇ ਰੂਪ ਦੇ ਵਿੱਚ ਦੇਖਿਆ ਜਾਣ ਲੱਗ ਗਿਆ। ਕਿਸਾਨਾਂ ਦੇ ਮੋਰਚੇ ਨੂੰ ਵੀ ਕਹਿ ਦਿੱਤਾ ਸੀ, ਕਿਸਾਨ ਗਏ ਅਸੀਂ ਆਤੰਕਵਾਦੀ ਕਹਿਣ ਲੱਗ ਗਏ। ਨਹੀਂ, ਇਸੇ ਕਰਕੇ ਉਹਨਾਂ ਨੂੰ ਕਹਿੰਦੇ ਨੇ ਨਾ ਵੀ ਇਹ ਖਾਲਿਸਤਾਨੀਆਂ ਦੀ ਬੈਕਗਰਾਊਂਡ ਹੈ, ਇਹ ਮਾਓਵਾਦੀਆਂ ਦੀ ਹੈ, ਅਰਬਨ ਨਕਸਲੀ ਨੇ, ਇਹ ਪਾਕਿਸਤਾਨ ਨਾਲ ਨੇ, ਤਾਂ ਕਿ ਉਹ ਲੋਕਾਂ ਦੇ ਦਿਮਾਗ 'ਚ, ਆਮ ਲੋਕ ਉਹਦੇ ਦਿਮਾਗ 'ਚ ਇਹ ਹੈ ਕਿ ਕੱਲ੍ਹ ਨੂੰ ਜੇ ਅੱਤਵਾਦ ਆ ਗਿਆ ਜੀ ਸਾਡੇ ਤਾਂ ਬੱਚੇ ਮਾਰੇ ਜਾਣਗੇ, ਸਾਨੂੰ ਰਹਿਣਾ ਔਖਾ ਹੋ ਜੂ। ਉਹਨੂੰ ਬਣਾਉਂਦਾ ਉਹ ਜਿਹੜਾ ਸਿਸਟਮ ਹੈ ਅਸਲ ਦੇ ਵਿੱਚ। ਹਿਟਲਰ ਦਾ ਜਿਹੜਾ ਇਨਫੋਰਮੇਸ਼ਨ ਮਿਨਿਸਟਰ ਉਹ ਕਹਿੰਦਾ ਸੀ ਕਿ ਜੇ 100 ਇੱਕੋ ਝੂਠ ਨੂੰ 1000 ਵਾਰ ਬੋਲ ਦੋ ਸੱਚ ਲੱਗਣ ਲੱਗ ਜਾਂਦਾ, ਤੇ ਇਹੀ ਹੈ। ਤੇ ਫਿਰ ਇਹ ਵਰਤਿਆ ਜਾਂਦਾ ਬਾਰ-ਬਾਰ, ਉਹੀ ਕਹੀ ਜੋ ਤੇ ਉਹਦੇ ਨਾਲ ਵਰਤਿਆ ਜਾਂਦਾ। ਇੱਕ ਧਰਮ ਨੂੰ ਇੱਕ ਆਤੰਕਵਾਦੀ ਨਾਲ ਜੋੜ ਦਿੱਤਾ ਜਾਂਦਾ ਹੈ। ਇਹ ਫਿਰ ਕਿਵੇਂ ਹੋ ਗਿਆ ਕਿ ਇਹ ਵੀ ਸੋਚੀ ਸਮਝੀ ਰਾਜਨੀਤੀ ਤਹਿਤ ਹੋਇਆ? ਜੇ ਪੰਜਾਬ ਦੇ ਵਿੱਚ ਖਾਲਿਸਤਾਨੀ ਮੂਵਮੈਂਟ ਸੀ, ਸਾਰੇ ਸਿੱਖ ਅੱਤਵਾਦੀ ਬਣਾ ਦਿਓ। ਜੇ ਦੇਸ਼ ਦੇ ਵਿੱਚ ਸਾਡੇ ਕੋਈ ਆਉਂਦਾ ਦੋ ਇੱਥੇ ਗੋਧਰਾ ਦੇ ਵਿੱਚ ਤੁਸੀਂ ਸਾਰੇ ਮੁਸਲਮਾਨ ਮਾਰ ਵੀ ਦਿਓ ਤਾਂ ਵੀ ਅੱਤਵਾਦੀ ਕਹਿ ਦਿਓ, ਤਾਂ ਕਿ ਦੂਜੀ ਸਿਵਲ ਸੁਸਾਇਟੀ ਤੁਹਾਡੇ ਨਾਲ ਲੱਗ ਜੇ ਵੀ ਦੇਖੋ ਜੀ ਇਹ ਤਾਂ ਅੱਤਵਾਦ ਦੇ ਖਿਲਾਫ ਲੜਾਈ ਲੜ ਰਹੇ ਨੇ। ਸਭ ਨੂੰ ਇੱਕੋ ਪ੍ਰਿਜ਼ਮ 'ਚ ਅਰਬਨ ਨਕਸਲੀ ਕਹਿਣ ਲੱਗ ਜਾਓ। ਜਦੋਂ ਅਰਬਨ ਨਕਸਲੀ ਕਹਿਣ ਲੱਗ ਜਾਓ ਤਾਂ ਤੁਸੀਂ ਜਦੋਂ ਬੰਦੇ, ਉਹ ਸਟੇਟ ਨੂੰ ਫੇਵਰ ਕਰਦੀ ਹੈ ਉਹ ਧਾਰਨਾ, ਉਹ ਸਟੇਟ ਨੂੰ ਇਸ ਤਰ੍ਹਾਂ ਫੇਵਰ ਕਰਦੀ ਹੈ ਕਿ ਤੁਸੀਂ ਬੰਦੇ ਵੀ ਜਿੰਨੇ ਮਰਜ਼ੀ ਮਾਰ ਦਿਓ, ਫਿਰ ਵੀ ਤੁਸੀਂ ਸਗੋਂ ਤਕੜੇ ਰੂਲਰ ਦੇ ਤੌਰ ਤੇ ਸਥਾਪਿਤ ਹੁੰਦੇ ਹੋ। ਫਿਰ ਇਹ ਚੀਜ਼ ਨੂੰ ਨਾਲ ਜੋੜ ਦਿੱਤਾ ਗਿਆ ਕਿ ਵਾਕਈ ਇਹ ਮੀਡੀਆ ਦਾ ਵੀ ਕੰਮ ਰਿਹਾ, ਅਮਰੀਕੀ ਮੀਡੀਆ ਦਾ ਵੀ, ਠੀਕ ਹੈ ਇਹਨਾਂ ਨੂੰ ਜੋੜੋ ਨਾਲ। ਐਵੇਂ ਤੁਸੀਂ ਦੇਖੋ ਕਿ 47 'ਚ ਅਸੀਂ ਭਰਾਵਾਂ ਵਾਂਗ ਰਹਿੰਦੇ ਸੀ, ਜਮਾਂ ਇੱਕ ਦੂਜੇ ਦੇ ਗਵਾਂਢੀ ਸੀ। ਪਰ ਜਦੋਂ ਪੋਲੀਟੀਕਲ ਛਵੀ ਬਣਾਉਣੀ ਸ਼ੁਰੂ ਕੀਤੀ, ਕੁਝ ਸਮੇਂ ਦੇ ਵਿੱਚ ਹੀ ਅਸੀਂ ਤਲਵਾਰਾਂ ਫੜ ਕੇ 10 ਲੱਖ ਲੋਕ ਮਾਰਤਾ ਇੱਕ ਦੂਜੇ ਦਾ, ਸਿੱਖਾਂ ਨੇ, ਮੁਸਲਮਾਨਾਂ ਨੇ, ਪੋਲੀਟੀਕਲ ਸੀ ਇਹ, ਪੋਲੀਟੀਕਲ ਸੀ ਟੋਟਲੀ। ਇਰਾਕ ਦਾ ਇੱਕ ਰਾਸ਼ਟਰਪਤੀ ਹੈ, ਲੋਕ ਉਹਨੂੰ ਰਾਸ਼ਟਰਪਤੀ ਮੰਨਦੇ ਨੇ, ਉਹਨੂੰ ਪੂਜਦੇ, ਬਾਕੀ ਚੀਜ਼ਾਂ। ਕੋਈ ਦੂਜੇ ਦੇਸ਼ ਨੂੰ ਇਹ ਕੀ ਹੱਕ ਹੈ ਵੀ ਫੜ ਕੇ ਉਹਨੂੰ ਮਾਰ ਦੇ ਤੇ ਮਾਰ ਕੇ ਆਪਦੇ ਆਪ ਨੂੰ ਡੈਮੋਕ੍ਰੇਸੀ ਦਾ ਲੰਬੜਦਾਰ ਵੀ ਕਹਾਵੇ? ਇਹ ਉੱਥੋਂ ਦੇ ਲੋਕਾਂ ਨੇ ਦੇਖਣਾ ਮੇਨਲੀ ਤਾਂ ਨਾ ਕਿ ਉਹ ਕਿਹੋ ਜਿਹਾ ਰਾਸ਼ਟਰਪਤੀ, ਉਹ ਹਟਾ ਦੇਣ ਉਹਨੂੰ। ਇੱਕ ਦੌਰ ਇਹ ਚੱਲ ਪਿਆ ਅਸਲ 'ਚ 1945 ਤੋਂ ਬਾਅਦ ਲਗਾਤਾਰ ਇੱਕ ਬਦਲਿਆ ਹੋਇਆ ਮਾਹੌਲ ਹੈ ਦੁਨੀਆ ਦਾ, ਕਿ ਹੁਣ ਤੁਸੀਂ ਜਬਰੀ ਬਾਹਰਲੀਆਂ ਫੌਜਾਂ ਦੇ ਆਸਰੇ ਬਹੁਤ ਸਿੱਧਾ ਜਿਹੜਾ ਰੂਲ ਹੈ ਉਹ ਕਰਨ ਦੀ ਹੈਸੀਅਤ 'ਚ ਨਹੀਂ ਰਹੇ। ਜਿਵੇਂ ਇਰਾਕ ਦੇ ਵਿੱਚ ਅਮਰੀਕਾ ਗਿਆ, ਇਰਾਕ ਦੇ ਉਦੋਂ ਪਹਿਲਾਂ ਵੀਅਤਨਾਮ ਦੇ ਵਿੱਚ ਅਮਰੀਕਾ ਹਾਰਿਆ ਤੇ ਫਿਰ ਇਰਾਕ ਦੇ ਵਿੱਚ ਗਿਆ। ਇਰਾਕ ਦੇ ਵਿੱਚ ਵੀ ਸਦਾਮ ਹੁਸੈਨ ਨੂੰ ਉਹਨਾਂ ਨੇ ਜਿਵੇਂ ਕਤਲ ਕੀਤਾ, ਜਿਵੇਂ ਉਸਾਮਾ ਬਿਨ ਲਾਦਨ ਨੂੰ ਕੀਤਾ, ਉਹਨੂੰ ਪ੍ਰੈਜ਼ੀਡੈਂਟ ਸੀ ਉਹਨੂੰ ਕੀਤਾ। ਉਪ ਰਾਸ਼ਟਰਪਤੀ ਉੱਥੇ ਦਾ, ਉਹਨੇ ਅਜੇ ਵੀ ਕਿਹਾ ਹੋਇਆ ਕਿ ਮੈਂ ਹੁਣ ਰਾਸ਼ਟਰਪਤੀ ਹਾਂ, ਜਦੋਂ ਰਾਸ਼ਟਰਪਤੀ ਭੱਜ ਜੇ ਤਾਂ ਉਪ ਰਾਸ਼ਟਰਪਤੀ ਉਹਦੀ ਜਗ੍ਹਾ ਸੰਭਾਲ ਲੈਂਦਾ ਤੇ ਅਸੀਂ ਅਜੇ ਲੜਾਈ ਲੜਾਂਗੇ। ਇਹਦਾ ਮਤਲਬ ਅਜੇ ਸਭ ਕੁਝ ਸਮੂਥ ਨਹੀਂ ਹੋਇਆ, ਅਜੇ ਤੱਕ ਨਾ ਤਾਲਿਬਾਨ ਉੱਥੇ ਇੱਕ ਪ੍ਰੋਪਰ ਸੱਤਾ ਦੇ ਵਿੱਚ ਆ ਪਾਏ ਨੇ। ਅਜੇ ਕਬਜ਼ ਹੈ, ਮਤਲਬ ਇੱਕ ਐਲਾਨ ਹੈ ਕਿ ਹੁਣ ਅਸੀਂ ਇੱਥੋਂ ਦੇ ਸ਼ਾਸਕ ਹਾਂ। ਹਟਿੰਗਟਨ ਨੇ ਕਿਤਾਬ ਲਿਖੀ ਦ ਕਲਾਈਸ ਆਫ ਸਿਵਲਾਈਜੇਸ਼ਨ 'ਚ, ਔਰ ਉਹ ਕਾਫੀ ਚਰਚਿਤ ਹੈ। ਉਹ ਕਹਿੰਦਾ ਵੀ ਦੁਨੀਆ ਦੇ ਵਿੱਚ ਦੋ ਵੱਡੀਆਂ ਸਿਵਲਾਈਜੇਸ਼ਨ ਨੇ ਜਿਹੜੀਆਂ ਕ੍ਰਿਸਚੀਅਨਟੀ ਔਰ ਇਸਲਾਮ ਦੀ ਲੜਾਈ ਹੈ ਅਸਲ ਦੇ ਵਿੱਚ। ਕਿਹੜਾ ਕਿਹੜੇ ਕਬਜ਼ੇ 'ਚ ਕਿਵੇਂ ਰਹੇਗਾ, ਕਿਵੇਂ, ਉਹ ਉਦੋਂ ਬਾਅਦ ਦੀ ਗੱਲ ਹੈ। ਉਸ ਪੱਧਰ ਦੇ ਉੱਤੇ ਵੀ ਲੜਾਈਆਂ ਨੇ। ਜੇ ਹੁਣ ਚੀਨ ਤੇ ਪਾਕਿਸਤਾਨ ਜਾਂ ਹੋਰ ਦੇਸ਼ ਵਾਲੇ ਜੇ ਮਾਨਤਾ ਦੇ ਦਿੰਦੇ ਨੇ ਤਾਲਿਬਾਨ ਸਰਕਾਰ ਨੂੰ, ਫਿਰ ਭਾਰਤ ਉੱਤੇ ਇਹਦਾ ਕੀ ਅਸਰ ਪਊਗਾ? ਕਿਉਂਕਿ ਦੋਨੋਂ ਗੁਆਂਢੀ ਸੂਬੇ ਨੇ। ਤਾਂ ਇੰਡੀਆ ਦੇ ਰਿਸ਼ਤੇ ਅਮਰੀਕਾ ਨਾਲ ਕਿਵੇਂ ਵਿਗੜਨਗੇ? ਅਮਰੀਕਾ ਇੱਕ ਕੰਪਰੋਮਾਈਜ਼ ਦੇ ਤਹਿਤ ਵਿਡਰਾ ਕਰਕੇ ਗਿਆ, ਸਮਝੌਤੇ ਦੇ ਤਹਿਤ। ਇਹ ਨਹੀਂ ਕਿ ਤਾਲਿਬਾਨ ਤੇ ਉਹਨਾਂ ਦੀ ਕੰਟਰਾਡਿਕਸ਼ਨ ਹੈ, ਸੀਗੀ ਕਦੇ ਕੰਟਰਾਡਿਕਸ਼ਨ। ਇਸ ਲਈ ਇਹਨਾਂ ਹਾਲਾਤਾਂ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਇੱਕ ਦੇਸ਼ ਨਾਲ ਅੱਜ ਤੁਹਾਡੀ ਨਹੀਂ ਬਣਦੀ ਜਾਂ ਇੱਕ ਜਥੇਬੰਦੀ ਨਾਲ ਨਹੀਂ ਬਣਦੀ। ਕਿੰਨੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਟੈਰਰਿਸਟ ਜਥੇਬੰਦੀਆਂ ਕਰਾਰਿਆ ਹੋਇਆ ਸੀ ਤੇ ਅੱਜ ਕੱਲ੍ਹ ਉਹ ਤੁਹਾਡੀਆਂ ਪਿਆਰੀਆਂ ਨੇ। ਔਰ ਇੰਨੀਆਂ ਬੰਦੂਕਾਂ ਜਦੋਂ ਤੁਸੀਂ ਬਾਹਰ ਕੱਢ ਦਿੰਦੇ ਹੋ ਤੇ ਅੱਜ ਤੁਹਾਡੇ ਨਾਲ ਨੇ, ਹੋ ਸਕਦਾ ਕੱਲ੍ਹ ਨੂੰ ਤੁਹਾਡੇ ਉਲਟ ਵੀ ਖੜੀਆਂ ਹੋ ਜਾਣ, ਉਹ ਜਿਹੜੀਆਂ ਸਾਰੀਆਂ ਚੱਲਦੀਆਂ। ਇਸੇ ਕਰਕੇ ਪਾਕਿਸਤਾਨ ਨੂੰ ਵੀ ਇਹ ਸੋਚਣਾ ਪਏਗਾ ਕਿ ਉਹਦਾ ਜਿਹੜਾ ਫਿਊਚਰ ਹੈ, ਉਹਦਾ ਭਵਿੱਖ ਹੈ, ਉਹ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦੇ ਵਿੱਚ ਹੈ, ਦੋਨਾਂ ਦੇ ਕਲੈਸ਼ ਦੇ ਵਿੱਚ ਨਹੀਂ ਹੈ। ਨਹੀਂ ਤਾਂ ਦੋਨਾਂ ਦੇ ਕਲੈਸ਼ ਦੇ ਵਿੱਚ ਉਹ ਅਮਰੀਕਾ ਤੇ ਚੀਨ ਦਾ ਹੀ ਖਾਜਾ ਬਣ ਜਾਣਗੇ ਦੋਨੋਂ ਜਾਣੇ। अगस्त ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੇ ਕੁਝ
ਹਿੱਸਿਆਂ ਵਿੱਚ ਕਬਜ਼ਾ ਕਰ ਲਿਆ ਸੀ। ਉਸ ਤੋਂ ਬਾਅਦ ਅਫਗਾਨਿਸਤਾਨ ਦੇ ਪੂਰੇ ਹਿੱਸੇ ਤੇ ਕਬਜ਼ਾ ਕਰਨ ਲਈ ਲਗਾਤਾਰ ਹੀ ਤਾਲਿਬਾਨ ਵੱਧਦਾ ਜਾ ਰਿਹਾ ਹੈ। ਹੁਣ ਸਵਾਲ ਉੱਠਦਾ ਕਿ ਤਾਲਿਬਾਨ ਨੂੰ ਜੇ ਸਰਕਾਰ ਨੂੰ ਉੱਥੇ ਮਾਨਤਾ ਮਿਲ ਜਾਂਦੀ ਹੈ, ਜੇ ਪਾਕਿਸਤਾਨ ਤੇ ਚੀਨ ਮਿਲ ਕੇ ਮਾਨਤਾ ਦੇ ਦਿੰਦੇ ਨੇ ਜਾਂ ਬਾਕੀ ਦੇਸ਼ ਵੀ ਮਾਨਤਾ ਦੇ ਦਿੰਦੇ ਨੇ, ਫਿਰ ਭਾਰਤ ਨੂੰ ਕਿਹੜੀ ਕਿਹੜੀ ਗੱਲ ਤੇ ਸੋਚਣਾ ਪੈਣਾ ਹੈ ਔਰ ਇਸ ਵਿੱਚ ਭਾਰਤ ਨੂੰ ਕੀ ਨੁਕਸਾਨ ਹੋਊਗਾ। ਦੂਸਰੇ ਪਾਸੇ ਪਹਿਲਾਂ ਵੀ ਪਾਕਿਸਤਾਨ ਤੇ ਸਾਊਦੀ ਅਰਬ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਸੀ, ਦੁਬਾਰਾ ਫਿਰ ਉਹੀ ਹਾਲਾਤ ਬਣੇ ਹੋਏ ਨੇ। ਤੇ ਦੂਸਰੇ ਪਾਸੇ ਹੁਣ ਇਹ ਵੀ ਚਰਚਾ ਛਿੜ ਗਈ ਹੈ, ਜੇ ਤਾਲਿਬਾਨ ਸਰਕਾਰ ਨੂੰ ਮਾਨਤਾ ਮਿਲ ਜਾਂਦੀ ਹੈ, ਜੋ ਨਾਲ ਦੇ ਗੁਆਂਢੀ ਦੇਸ਼ ਨੇ ਪਾਕਿਸਤਾਨ ਤੇ ਚੀਨ ਨੇ, ਉਹ ਕਿਸ ਤਰੀਕੇ ਨਾਲ ਭਾਰਤ ਨਾਲ ਰਿਐਕਟ ਕਰੂਗਾ। ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜੋ ਚਰਚਾ ਚੱਲਦੀ ਪਈ ਹੈ ਪਿਛਲੇ ਕਈ ਦਿਨਾਂ ਤੋਂ ਤਾਲਿਬਾਨ ਨੂੰ ਲੈ ਕੇ, ਇਸ ਨਾਲ ਭਾਰਤ ਦੀ ਕਿਹੜੀਆਂ ਉਲਝਣਾਂ ਹੋਰ ਉਲਝਣਗੀਆਂ। ਸਾਡਾ ਹਮੀਰ ਸਿੰਘ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਜੀ, ਸ਼ੁਕਰੀਆ। ਮੈਂ ਪਹਿਲਾ ਇਹ ਸਵਾਲ ਹੈ ਕਿ ਆਪਾਂ ਜੇ ਸ਼ੁਰੂਆਤ ਦੀ ਗੱਲ ਕਰੀਏ, ਤਾਲਿਬਾਨ ਬਣਿਆ ਕਿਵੇਂ ਸੀ? ਬੜੀ ਚਰਚਾ ਛਿੜੀ ਹੋਈ ਹੈ, ਸ਼ਾਇਦ ਤਾਲਿਬਾਨ ਦਾ ਕਈਆਂ ਨੂੰ ਪਤਾ ਹੋਣਾ, ਕਈਆਂ ਨੂੰ ਨਹੀਂ ਪਤਾ ਹੋਣਾ। ਤਾਲਿਬਾਨ ਬਣਿਆ ਕਿਵੇਂ ਸੀ ਔਰ ਕਿੰਨੇ ਬੰਦਿਆਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ? ਅਸਲ ਦੇ ਵਿੱਚ ਤਾਂ ਜਿਹੜਾ ਅਫਗਾਨਿਸਤਾਨ ਕਾਫੀ ਲੰਮੇ ਸਮੇਂ ਤੋਂ ਇੱਕ ਡਿਸਟਰਬਡ ਸਟੇਟ ਹੀ ਰਿਹਾ, ਤੇ ਉੱਥੇ ਨਿੱਜੀ ਲੈਂਡਲਾਰਡ, ਨਿੱਜੀ ਗਰੁੱਪ ਆਪਸ ਦੇ ਵਿੱਚ ਲੜਦੇ ਝੜਦੇ ਰਹੇ। ਜੋ ਸਮਾਜ ਦਾ ਹਾਲਾਤ ਸੀ ਉਹਨੂੰ ਦੇਖਦੇ ਹੋਏ ਇੱਕ ਗਰੁੱਪ ਪੈਦਾ ਹੋਇਆ, ਜਿਵੇਂ ਤਾਲਿਬਾਨ ਦਾ ਮਤਲਬ, ਤਾਲਿਬ ਦਾ ਮਤਲਬ ਹੈ ਸਟੂਡੈਂਟ। ਔਰ ਪਸ਼ਤੂਨ ਇਲਾਕਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਲਗਭਗ 42% ਪਾਪੂਲੇਸ਼ਨ ਨਾਲ ਹੈ, ਸਭ ਤੋਂ ਜ਼ਿਆਦਾ ਵੱਡਾ ਉਹੀ ਹੈ। ਮਦਰਸਿਆਂ ਦੇ ਵਿੱਚ ਮਤਲਬ ਪੜ੍ਹਾਈ ਹੁੰਦੀ ਸੀ ਇਹਨਾਂ ਸਾਰੇ ਬੰਦਿਆਂ ਦੀ। ਤਾਂ ਸਭ ਤੋਂ ਪਹਿਲਾਂ ਇਹ 50 ਦਾ ਇੱਕ ਗਰੁੱਪ ਦੇ ਤੌਰ ਤੇ ਇੱਕ ਆਰਗੇਨਾਈਜ਼ ਹੋਇਆ, ਔਰ ਆਰਗੇਨਾਈਜ਼ ਹੋ ਕੇ ਪੋਲੀਟੀਕਲ ਐਂਗਲ ਲਿਆ, ਮਤਲਬ ਵੀ ਤਾਲਿਬਾਨ ਦੇ ਰੂਪ ਦੇ ਵਿੱਚ ਆਪਾਂ ਇਹ ਜਿਹੜਾ ਸਾਰਾ ਅਨਾਰਕੀ ਹੈ ਜਾਂ ਜਿਸ ਲੈਵਲ ਦਾ ਮਾਹੌਲ ਹੈ ਉਹਨੂੰ ਕਰਨਾ ਹੈ। ਔਰ ਇਹ 1994 'ਚ ਬਣਦਾ ਪਹਿਲੀ ਵਾਰ। 1994 ਤੋਂ ਬਾਅਦ ਇਹ 1 ਸਾਲ ਦੇ ਵਿੱਚ ਹੀ ਐਡੀ ਪਾਪੂਲੈਰਿਟੀ ਹੋ ਜਾਂਦੀ ਹੈ ਕਿ ਇੱਕ ਇਲਾਕਾ ਇਹਨਾਂ ਦੇ ਕਬਜ਼ੇ 'ਚ ਆ ਜਾਂਦਾ। ਇੱਕ ਇਲਾਕਾ ਜਿਵੇਂ ਹੁਣ ਹੋਇਆ ਨਾ, ਵੀ ਪਹਿਲਾਂ ਥੋੜ੍ਹਾ ਜਿਹਾ ਇਲਾਕਾ ਕੇਵਲ 60 ਘੰਟਿਆਂ ਦੇ ਵਿੱਚ ਹੀ ਉਹ ਕਾਬਲ ਪਹੁੰਚ ਗਏ ਤੇ ਕਾਬਲ ਤੱਕ ਚਲੇ ਗਏ। ਤੇ ਉਦੋਂ ਕੰਧਾਰ ਦਾ ਏਰੀਆ ਮੇਨਲੀ ਗੱਲ ਸੀ ਜਦੋਂ ਤਾਲਿਬਾਨ ਪਹਿਲਾਂ ਆਏ। 94 'ਚ ਬਣਦਾ ਤੇ 96 'ਚ ਅਫਗਾਨਿਸਤਾਨ ਦੇ ਵੱਡੇ ਹਿੱਸੇ ਤੇ ਕਾਬਜ਼ ਹੋ ਜਾਂਦੀ ਹੈ ਆ ਕੇ ਉਹ ਚੀਜ਼। ਪਰ ਇਹ ਕਿਵੇਂ ਹੋ ਜਾਂਦੀ ਹੈ, ਉਹਦੇ ਪਿੱਛੇ ਇੰਟਰਨੈਸ਼ਨਲ ਪੋਲਿਟਿਕਸ ਦਾ ਬਹੁਤ ਬੜਾ ਹੱਥ ਹੈ ਉਸ ਲੈਵਲ ਦੇ ਉੱਤੇ। ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਪਹਿਲਾਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਉੱਥੇ ਆਈਆਂ ਹੋਈਆਂ ਸੀ, 79 ਤੋਂ ਲੈ ਕੇ 99 ਤੱਕ ਉਹ ਰਹੀਆਂ। ਔਰ ਜਦੋਂ ਸੋਵੀਅਤ ਯੂਨੀਅਨ ਮਤਲਬ ਕਮਜ਼ੋਰ ਹੁੰਦਾ ਗਿਆ, ਉਹਦੀਆਂ ਫੌਜਾਂ 99 ਤੋਂ ਬਾਅਦ ਵਾਪਸ ਉਸ ਲੈਵਲ ਤੇ ਚਲੀਆਂ ਗਈਆਂ। ਤਾਂ ਅਮਰੀਕਨ ਸਪੋਰਟ ਜਿਹੜੀ ਇਹ ਸਾਰੇ ਤਾਲਿਬਾਨਾਂ ਤੋਂ ਲੈ ਕੇ ਵੱਖ-ਵੱਖ ਰੂਪ ਦੇ ਵਿੱਚ ਉਸ ਪੱਧਰ ਦੇ ਉੱਤੇ ਰਹਿੰਦੀ ਹੈ। ਤੇ ਜਿਵੇਂ ਜਿਵੇਂ ਤਾਲਿਬਾਨ ਆਏ ਤਾਂ ਤਾਲਿਬਾਨਾਂ ਨੂੰ ਉਹਨਾਂ ਦੀ ਸਪੋਰਟ ਵੀ ਰਹੀ ਇਨਡਾਇਰੈਕਟਲੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਚਲਦੇ ਹੋਇਆ ਇਹ ਕਿ 9/11 ਹੋ ਜਾਂਦਾ। 11 ਸਤੰਬਰ 2001 ਨੂੰ ਅਮਰੀਕਾ ਦੇ ਟਾਵਰਾਂ ਤੇ ਜਿਹੜਾ ਅਟੈਕ ਹੋ ਜਾਂਦਾ, ਉਹ ਅਲ ਕਾਇਦਾ ਕਰਦਾ, ਜਿਹਦੇ 'ਚ ਉਸਾਮਾ ਬਿਨ ਲਾਦਨ ਦਾ ਨਾਮ, ਮੁੱਲਾ ਉਮਰ ਦਾ ਨਾਂ, ਜਿਨ੍ਹਾਂ ਦੇ ਨਾਮ ਆਉਂਦੇ ਨੇ। ਉਦੋਂ ਬਾਅਦ ਅਮਰੀਕਾ ਇੱਕ ਐਲਾਨ ਕਰਦਾ ਹੈ ਕਿ ਜਿਹੜਾ ਕਿ ਅੱਤਵਾਦ, ਦੁਨੀਆ ਦੇ ਵਿੱਚ ਅੱਤਵਾਦ ਦੇ ਖਿਲਾਫ ਹੁਣ ਐਲਾਨੇ ਜੰਗ ਹੋ ਰਹੀ ਹੈ ਜੀ। ਅਮਰੀਕਾ ਨੇ ਇੱਕ ਸਿਸਟਮ ਸ਼ੁਰੂ ਕਰਤਾ, ਕਿਉਂਕਿ ਉਸ ਤੋਂ ਪਹਿਲਾਂ ਅਸਲ ਦੇ ਵਿੱਚ ਵੱਖ-ਵੱਖ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸੇ ਜਿਹੜੀ ਮਿਲੀਟੈਂਟ ਗਰੁੱਪਾਂ ਨੂੰ ਸੋਵੀਅਤ ਯੂਨੀਅਨ ਮਦਦ ਕਰਦਾ ਸੀ, ਕਿਸੇ ਨੂੰ ਅਮਰੀਕਾ ਮਦਦ ਕਰਦਾ ਸੀ, ਕਿਸੇ ਨੂੰ ਕੁਛ ਸੀ। ਫਿਰ ਇਹਨਾਂ ਨੇ ਭਾਸ਼ਾ ਹੀ ਬਦਲਤੀ। ਭਾਸ਼ਾ ਇਹ ਬਦਲਤੀ ਕਿ ਹਰ ਆਰਮਡ ਸਟਰਗਲ ਨੂੰ, ਹਰ ਜਿਹੜਾ ਹਥਿਆਰਬੰਦ ਤਰੀਕਾ ਸੀ, ਉਹਨੂੰ ਇਹਨਾਂ ਨੇ ਅੱਤਵਾਦ ਦੇ ਵਿੱਚ ਸ਼ਾਮਲ ਕਰਤਾ ਉਸ ਪੱਧਰ ਦੇ ਉੱਤੇ। ਤਾਂ 2001 ਦੇ ਵਿੱਚ ਇਹਨਾਂ ਨੇ ਤਾਲਿਬਾਨ ਨੂੰ ਕਿਹਾ, ਅਮਰੀਕਾ ਨੇ, ਕਿ ਉਹ ਸਾਨੂੰ ਦੇ ਦਿਓ। ਉਹਨਾਂ ਨੂੰ ਲੱਗਿਆ ਕਿ ਲਾਦਨ ਵੀ ਉੱਥੇ ਛੁਪਿਆ ਹੋਇਆ ਤੇ ਬਾਕੀ ਦੇ ਅਲ ਕਾਇਦਾ ਦੇ ਜਿਹੜੇ ਬੰਦੇ ਵੀ ਛੁਪੇ ਹੋਏ ਨੇ, ਤੇ ਇਹਨਾਂ ਨੇ ਦੇਣ ਤੋਂ ਇਨਕਾਰ ਕਰਤਾ। ਤਾਂ ਅਮਰੀਕਾ ਨਾਲ ਇੱਕ ਕਲੈਸ਼ ਸਟਾਰਟ ਹੋ ਗਿਆ। 2001 ਤੋਂ ਫਿਰ ਅਮਰੀਕਾ ਦੀਆਂ ਫੌਜਾਂ ਇੱਥੇ ਡਾਇਰੈਕਟ ਐਕਸ਼ਨ ਵੀ ਉਹਨਾਂ ਨੇ ਕੀਤੇ। ਈਵਨ ਉਹ ਛੁਪੇ ਹੋਏ ਪਾਕਿਸਤਾਨ ਦੇ ਵਿੱਚ ਜਿੱਥੇ ਸੀ ਡਰੋਨਜ ਦੇ ਨਾਲ ਉਹਨਾਂ ਦਾ ਕਤਲ ਵੀ ਹੋਇਆ, ਸਾਰਾ ਕੁਝ ਹੋਇਆ। ਤੇ ਉਸੇ 2001 ਦੇ ਅਮਰੀਕਾ ਦੀ ਇੰਟਰਫੀਅਰੈਂਸ ਤੋਂ ਬਾਅਦ ਫਿਰ ਤਾਲਿਬਾਨ ਨੂੰ ਪਿੱਛੇ ਹਟਾ ਦਿੱਤਾ ਗਿਆ। ਫਿਰ ਦੂਸਰੇ ਧੜੇ ਜਿਹੜੇ ਉਹ ਸੱਤਾ ਦੇ ਵਿੱਚ ਉਸ ਪੱਧਰ ਦੇ ਉੱਤੇ ਆਉਂਦੇ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਅਮਰੀਕਾ ਦਾ ਲਗਾਤਾਰ ਫਸਿਆ, ਕਹਿੰਦੇ ਨੇ $2 ਟ੍ਰਿਲੀਅਨ ਖਰਚ ਹੋਇਆ ਅਮਰੀਕਾ ਦਾ ਉੱਥੇ, ਤੇ ਕਾਫੀ ਬੰਦੇ ਵੀ ਮਰੇ। 2700 ਦੇ ਕਰੀਬ ਉਹਦੇ ਫੌਜੀ ਜਾਂ ਵੱਖ-ਵੱਖ ਲੈਵਲ ਦੇ ਲੋਕ ਵੀ ਮਰੇ, ਤੇ ਬਾਕੀ ਲੋਕ ਵੀ ਮਰਦੇ ਰਹੇ। ਉਦੋਂ ਬਾਅਦ ਇੱਕ ਦਬਾਅ ਸੀ, ਜਿਵੇਂ ਅਮਰੀਕਾ ਨੇ ਇੱਕ ਦੌਰ ਇਹ ਚੱਲ ਪਿਆ ਅਸਲ 'ਚ 1945 ਤੋਂ ਬਾਅਦ ਲਗਾਤਾਰ ਇੱਕ ਬਦਲਿਆ ਹੋਇਆ ਮਾਹੌਲ ਹੈ ਦੁਨੀਆ ਦਾ, ਕਿ ਹੁਣ ਤੁਸੀਂ ਜਬਰੀ ਬਾਹਰਲੀਆਂ ਫੌਜਾਂ ਦੇ ਆਸਰੇ ਬਹੁਤ ਸਿੱਧਾ ਜਿਹੜਾ ਰੂਲ ਹੈ ਉਹ ਕਰਨ ਦੀ ਹੈਸੀਅਤ 'ਚ ਨਹੀਂ ਰਹੇ। ਜਿਵੇਂ ਇਰਾਕ ਦੇ ਵਿੱਚ ਅਮਰੀਕਾ ਗਿਆ, ਇਰਾਕ ਦੇ ਉਦੋਂ ਪਹਿਲਾਂ ਵੀਅਤਨਾਮ ਦੇ ਵਿੱਚ ਅਮਰੀਕਾ ਹਾਰਿਆ, ਤੇ ਫਿਰ ਇਰਾਕ ਦੇ ਵਿੱਚ ਗਿਆ।
ਇਰਾਕ ਦੇ ਵਿੱਚ ਵੀ ਸਦਾਮ ਹੁਸੈਨ ਨੂੰ ਉਹਨਾਂ ਨੇ ਜਿਵੇਂ ਕਤਲ ਕੀਤਾ, ਜਿਵੇਂ ਉਸਾਮਾ ਬਿਨ ਲਾਦਨ ਨੂੰ ਕੀਤਾ, ਉਹਨੂੰ ਪ੍ਰੈਜ਼ੀਡੈਂਟ ਸੀ ਉਹਨੂੰ ਕੀਤਾ। ਤੇ ਪਰ ਉਦੋਂ ਬਾਅਦ ਵੀ ਉਹਨੂੰ ਇੱਕ ਬਹੁਤ ਵੱਡੇ ਸਕਾਲਰ ਨੇ ਜਿਹੜੇ ਅਰਥ ਵਿਵਸਥਾ, ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਦੇ ਚੀਫ ਇਕਨੋਮਿਕ ਐਡਵਾਈਜ਼ਰ ਰਹੇ ਨੇ, ਜੋਸਫ ਸਟਿਗਲਿਟਸ, ਕਲਿੰਟਨ ਵੇਲੇ ਦੇ, ਉਹਨੂੰ ਉਹ ਕਹਿੰਦੇ ਨੇ $3 ਟ੍ਰਿਲੀਅਨ ਵਾਰ, 3 ਖਰਬ ਰੁਪਈਆ ਲੱਗ ਗਿਆ, ਅਮਰੀਕਾ ਦਾ ਤਾਣਾ ਬਾਣਾ ਹਿੱਲਣ ਲੱਗ ਗਿਆ। ਤੇ ਅਮਰੀਕਾ ਇਰਾਕ ਚੋਂ ਵੀ ਫਿਰ ਫੌਜ ਵਾਪਸ ਕੱਢਣ ਦੀ ਕੋਸ਼ਿਸ਼ ਕਰਨ ਲੱਗ ਗਿਆ। ਇਸੇ ਤਰ੍ਹਾਂ ਇਹ ਕੇਵਲ ਹੁਣੇ ਨਹੀਂ ਗਈ, ਇਹ ਜਿਹੜਾ ਟਰੰਪ ਵੇਲੇ ਹੀ ਇਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਅਫਗਾਨਿਸਤਾਨ ਤੋਂ ਫੌਜ ਵਾਪਸ ਬੁਲਾਵਾਂਗੇ। ਬਾਈਡਨ ਨੇ ਵੀ ਉਹਨੂੰ ਕੰਟੀਨਿਊ ਰੱਖਿਆ। ਔਰ ਇਹ ਲੋਕਾਂ ਸਾਰਿਆਂ ਨੂੰ ਸੀ ਵੀ ਜਦੋਂ ਅਮਰੀਕਨ ਫੌਜ ਵਾਪਸ ਜਾਏਗੀ ਤਾਂ ਇੱਥੇ ਵੱਡਾ ਇੱਕ ਸਿਸਟਮ, ਉਹ ਤਾਲਿਬਾਨ ਨਾਲ ਗੱਲ ਕਰਨ ਲੱਗੇ, ਗੱਲਬਾਤ ਕਰਕੇ ਇਹਨੂੰ ਇਸੇ ਕਰਕੇ ਅੱਜ ਕੱਲ੍ਹ ਲੋਕ ਕਹਿੰਦੇ ਨੇ ਕਿ ਸਮਝੌਤੇ ਦੇ ਤਹਿਤ ਇੱਕ ਟਾਈਪ ਦੀ ਟਰਾਂਸਫਰ ਆਫ ਪਾਵਰ ਹੈ। ਇਸੇ ਲਈ ਅਮਰੀਕਾ ਤੇ ਅੱਜ ਕੱਲ੍ਹ ਐਲੀਗੇਸ਼ਨ ਲੱਗ ਰਹੇ ਨੇ ਪੂਰੇ ਕਿ ਜਿਹੜਾ ਬਲਦੀ ਦੇ ਮੂੰਹ ਦੇ ਵਿੱਚ ਤੁਸੀਂ ਲੋਕਾਂ ਨੂੰ ਪਾਤਾ, ਤੁਸੀਂ ਉੱਥੇ ਛੱਡ ਕੇ ਐਂ ਭੱਜੇ ਆਏ ਤੇ ਤੁਸੀਂ ਉੱਥੇ ਕੋਈ ਗੱਲ ਨਹੀਂ ਕੀਤੀ, ਜੇ ਬਹੁਤ ਇਹ ਐਲੀਗੇਸ਼ਨ ਸਾਰੇ ਨੇ। ਭੱਜ ਕੇ ਆਏ ਨੇ ਕਿ ਵੀ ਰਾਜਨੀਤੀ ਜਾਂ ਸਿਆਸਤ ਪੱਖੋਂ ਆ? ਨਹੀਂ, ਉਹਨਾਂ ਤੇ ਐਲੀਗੇਸ਼ਨ ਤਾਂ ਇਹੀ ਲਊ ਨਾ ਕਿ ਜਦ ਤੱਕ ਤੁਸੀਂ ਸੀ ਉਦੋਂ ਤੱਕ ਤਾਂ ਉੱਥੇ ਤਾਂ ਐਂ ਰਹਿੰਦੇ ਰਹੇ ਕਿ ਅਸੀਂ ਸੁਪਰ ਪਾਵਰ ਹਾਂ, ਤੇ ਸੁਪਰ ਪਾਵਰ ਮਤਲਬ ਵਾਪਸ ਕਿਵੇਂ ਭੱਜਿਆ ਹੀ ਬਿਨਾਂ ਕੋਈ ਠੀਕ ਪ੍ਰਬੰਧ ਕੀਤੇ, ਬਿਨਾਂ ਟਰਾਂਸਫਰ ਆਫ ਪਾਵਰ ਦਾ ਓਪਨ ਕੋਈ ਸਿਸਟਮ ਕੀਤੇ। ਜੇ ਟਰਾਂਸਫਰ ਕਰਕੇ ਵੀ ਆਉਂਦੇ ਨੇ ਤਾਂ ਇੱਕ ਤਰੀਕਾ ਹੁੰਦਾ ਨਾ, ਸਲੀਕਾ ਹੁੰਦਾ। ਤੇ ਹੁਣ ਤਾਂ ਉਹ ਅਮਰੀਕਾ ਵਾਲਿਆਂ ਨੂੰ ਵੀ ਐਂ ਲੱਗਣ ਲੱਗ ਗਿਆ ਕਿ ਬਾਹਰ ਜਾਣਾ ਜਾਂ ਕਿਵੇਂ ਨਿਕਲਣਾ ਜਾਂ ਔਖਾ ਜਾਂ ਸੌਖਾ ਕਿਵੇਂ ਹੈ। ਇਹ ਸੀਗਾ ਕਿ ਅਜੇ ਵੀ ਲੜਾਈ ਹੋਏਗੀ ਉੱਥੇ। ਲੜਾਈ ਦਾ ਮਤਲਬ ਇਹ ਸੀ ਕਿ ਤਾਲਿਬਾਨ ਤੇ ਜਿਹੜੇ ਉੱਥੇ ਲੋਕਲ ਰੂਲਰ ਨੇ ਵੀ ਐਡੀ ਜਲਦੀ ਨਹੀਂ, ਕਿਉਂਕਿ ਉਹਨਾਂ ਕੋਲ ਵੀ ਆਪਣੀਆਂ ਫੌਜਾਂ ਨੇ। ਔਰ ਕਿਹਾ ਜਾ ਰਿਹਾ ਕਿ ਅਮਰੀਕਾ ਨੇ ਸਮੇਤ ਭਾਰਤ ਵਰਗੇ ਮੁਲਕਾਂ ਨੂੰ ਨਾਲ ਲਾ ਕੇ ਜਿੰਨਾ ਪੈਸਾ ਉੱਥੇ ਦੀ ਫੌਜ ਨੂੰ 3-3.5 ਲੱਖ ਫੌਜ ਨੂੰ ਤਾਂ ਪਾਰਟੀਕੂਲਰ ਟ੍ਰੇਨਿੰਗ ਦਿੱਤੀ। ਤੇ ਤਾਲਿਬਾਨਾਂ ਕੋਲ 에ਅਰ ਫੋਰਸ ਵੀ ਨਹੀਂ ਹੈ, ਉਹਨਾਂ ਕੋਲ 에ਅਰ ਫੋਰਸ ਵੀ ਹੈ, ਉਹਨਾਂ ਕੋਲ ਫੌਜ ਵੀ ਜ਼ਿਆਦਾ ਹੈ, ਉਹਨਾਂ ਕੋਲ ਬਾਕੀ ਚੀਜ਼ਾਂ ਵੀ, ਜਿਹੜੀ ਟੈਕਨੋਲੋਜੀ ਵੀ ਬਿਹਤਰ ਸੀ, ਪਰ ਲੜਾਈ ਨਹੀਂ ਹੋਈ, ਸਰੈਂਡਰ ਹੋ ਗਿਆ। ਇਹ ਸਰੈਂਡਰ 'ਚੋਂ ਲੱਗਦਾ ਕਿ ਅੰਡਰਹੈਂਡ ਐਗਰੀਮੈਂਟ ਓਵਰਆਲ ਸੀਗਾ, ਨਹੀਂ ਤਾਂ ਲੜਾਈ ਉਸ ਪੱਧਰ ਦੇ ਉੱਤੇ ਹੁੰਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਹੁਣ ਜਿਵੇਂ ਚੱਲਦਾ ਉਹ 60 ਘੰਟਿਆਂ ਦੇ ਅੰਦਰ ਅੰਦਰ ਕਾਬਲ ਦੇ ਵਿੱਚ ਆ ਗਏ, ਰਾਸ਼ਟਰਪਤੀ ਦੌੜ ਗਿਆ, ਉਹ ਰਾਸ਼ਟਰਪਤੀ ਤੇ ਵੀ ਉਹ ਚੱਲ ਰਿਹਾ। ਤੇ ਜਿਹੜਾ ਇੱਕ ਪਾਰਟੀਕੂਲਰ ਇਲਾਕਾ ਪਹਿਲਾਂ ਵੀ ਤਾਲਿਬਾਨ ਦੇ ਹੱਥ 'ਚ ਨਹੀਂ ਆਇਆ ਸੀ ਤੇ ਹੁਣ ਵੀ ਉਪ ਰਾਸ਼ਟਰਪਤੀ ਉੱਥੇ ਦਾ, ਉਹਨੇ ਅਜੇ ਵੀ ਕਿਹਾ ਹੋਇਆ ਕਿ ਮੈਂ ਹੁਣ ਰਾਸ਼ਟਰਪਤੀ ਹਾਂ, ਜਦੋਂ ਰਾਸ਼ਟਰਪਤੀ ਭੱਜ ਜੇ ਤਾਂ ਉਪ ਰਾਸ਼ਟਰਪਤੀ ਉਹਦੀ ਜਗ੍ਹਾ ਸੰਭਾਲ ਲੈਂਦਾ ਤੇ ਅਸੀਂ ਅਜੇ ਲੜਾਈ ਲੜਾਂਗੇ। ਇਹਦਾ ਮਤਲਬ ਅਜੇ ਸਭ ਕੁਝ ਸਮੂਥ ਨਹੀਂ ਹੋਇਆ, ਅਜੇ ਤੱਕ ਨਾ ਤਾਲਿਬਾਨ ਉੱਥੇ ਇੱਕ ਪ੍ਰੋਪਰ ਸੱਤਾ ਦੇ ਵਿੱਚ ਆ ਪਾਏ ਨੇ, ਅਜੇ ਕਬਜ਼ਾ ਹੈ, ਮਤਲਬ ਇੱਕ ਐਲਾਨ ਹੈ ਕਿ ਹੁਣ ਅਸੀਂ ਇੱਥੋਂ ਦੇ ਸ਼ਾਸਕ ਹਾਂ। ਤੇ ਇਸੇ ਕਰਕੇ ਹੁਣ ਉਹ ਬਦਲੇ ਹੋਏ ਹਾਲਾਤ ਦੇ ਵਿੱਚ ਵੀ ਥੋੜ੍ਹਾ ਬਹੁਤ ਦਿਖਾਈ ਦੇ ਰਿਹਾ। ਉਹਨਾਂ ਨੂੰ ਲੱਗਦਾ ਕਿ ਦੁਨੀਆ ਦਾ ਪ੍ਰੈਸ਼ਰ ਹੈ, ਔਰ ਕਿ ਉਹਨਾਂ ਦੇ ਜਿਹੜਾ ਸਪੋਕਸਪਰਸਨ ਨੇ ਇਹ ਵੀ ਕਿਹਾ ਵੀ ਨਹੀਂ, ਅਸੀਂ ਔਰਤਾਂ ਨਾਲ ਉਹੋ ਜਿਹਾ ਬਿਹੇਵ ਨਹੀਂ ਕਰਾਂਗੇ ਜਿਵੇਂ ਪਹਿਲਾਂ ਕਰਦੇ ਸੀ, ਅਸੀਂ ਬਾਹਰਲੇ ਜਿਹੜੇ ਬੰਦੇ ਨੇ ਚਾਹੇ ਉਹ ਭਾਰਤੀ ਹੋਣ ਚਾਹੇ ਜਿੱਥੇ ਦੇ ਮਰਜ਼ੀ ਹੋਣ, ਉਹਨਾਂ ਨਾਲ ਵੀ ਉਹੋ ਜਿਹਾ ਵਰਤਾਅ ਨਹੀਂ ਕਰਾਂਗੇ ਜਿਸ ਲੈਵਲ 'ਤੇ ਗੱਲ ਉਸ ਲੈਵਲ 'ਤੇ ਹੋ ਰਹੀ ਸੀ। ਉਹ ਸਾਰੀਆਂ ਚੀਜ਼ਾਂ ਨੇ ਬਦਲ ਦੇ ਬਾਵਜੂਦ, ਪਰ ਫਿਰ ਵੀ ਇੱਕ ਕਿਓਸ, ਇੱਕ ਖਲਾ ਅਜੇ ਬਣਿਆ ਹੋਇਆ। ਸਿਸਟਮ ਇੱਕੋ ਦਿਨ ਨਹੀਂ ਬਣਦੇ ਹੁੰਦੇ, ਸਿਸਟਮ ਬਣਨ ਨੂੰ ਟਾਈਮ ਲੱਗਦਾ, ਪ੍ਰਸ਼ਾਸਨ ਢਾਂਚਾ ਓਵਰਆਲ ਕੰਟਰੋਲ ਕਰਨ ਨੂੰ ਟਾਈਮ ਲੱਗਦਾ। ਇੱਕ ਧਰਮ ਨੂੰ ਇੱਕ ਆਤੰਕਵਾਦੀ ਨਾਲ ਜੋੜ ਦਿੱਤਾ ਜਾਂਦਾ ਹੈ, ਇਹ ਫਿਰ ਕਿਵੇਂ ਹੋ ਗਿਆ ਕਿ ਇਹ ਵੀ ਸੋਚੀ ਸਮਝੀ ਰਾਜਨੀਤੀ ਤਹਿਤ ਹੋਇਆ ਵੀ ਵੱਡੇ ਵੱਡੇ ਦੇਸ਼ਾਂ ਨੇ ਕਿਹਾ ਜਦੋਂ 9/11 ਦਾ ਹਮਲਾ ਹੁੰਦਾ ਉੱਥੇ ਜਾ ਕੇ, ਉਸ ਤੋਂ ਬਾਅਦ ਚਰਚਾ ਚੱਲ ਪੈਂਦੀ ਹੈ ਵੀ ਹੁਣ ਇੱਕ ਪਰਟੀਕੂਲਰ ਧਰਮ ਨੂੰ ਆਤੰਕਵਾਦ ਨਾਲ ਜੋੜ ਦਿਓ? ਨਹੀਂ, ਬਿਲਕੁਲ ਇਹ ਲੜਾਈ ਹੈ ਅਸਲ ਦੇ ਵਿੱਚ। ਕਈ ਲੋਕ, ਕਈਆਂ ਦਾ ਇਹੀ ਹੈ, ਕਈ ਤਾਂ ਲੋਕ ਇਹ ਕਹਿੰਦੇ ਨੇ ਰਿਸੋਰਸ ਵਾਰ ਹੈ, ਜਿਹੜੇ ਇਕਨੋਮਿਕ ਤੌਰ 'ਤੇ ਕਿ ਜਿਹੜੇ ਕੰਟਰੀ ਕੋਲ ਦੁਨੀਆ ਦੇ ਸਾਧਨ ਲੁੱਟਣ ਦੇ ਵਾਸਤੇ ਦੂਜਾ ਦੇਸ਼ ਦੂਜੇ 'ਤੇ ਕਬਜ਼ਾ ਕਰਦਾ। ਪਰ ਕਈ ਦੂਜੇ ਨਜ਼ਰੀਏ ਨਾਲ ਦੇਖਦੇ ਨੇ, ਜਿਹੜੇ ਸੱਭਿਆਚਾਰਕ ਨਜ਼ਰੀਏ ਨਾਲ ਦੇਖਦੇ ਨੇ। ਜਿਵੇਂ ਇੱਕ ਹਟਿੰਗਟਨ ਨੇ ਕਿਤਾਬ ਲਿਖੀ ਦ ਕਲਾਈਸ ਆਫ ਸਿਵਲਾਈਜੇਸ਼ਨ 'ਚ, ਔਰ ਉਹ ਕਾਫੀ ਚਰਚਿਤ ਹੈ। ਉਹ ਕਹਿੰਦਾ ਵੀ ਦੁਨੀਆ ਦੇ ਵਿੱਚ 2 ਵੱਡੀਆਂ ਸਿਵਲਾਈਜੇਸ਼ਨ ਨੇ, ਜਿਹੜੀਆਂ ਕ੍ਰਿਸਚੀਅਨਟੀ ਔਰ ਇਸਲਾਮ ਦੀ ਲੜਾਈ ਹੈ ਅਸਲ ਦੇ ਵਿੱਚ। ਕਿਹੜਾ ਕਿਹੜੇ ਕਬਜ਼ੇ 'ਚ ਕਿਵੇਂ ਰਹੇਗਾ, ਕਿਵੇਂ, ਉਹ ਉਦੋਂ ਬਾਅਦ ਦੀ ਗੱਲ ਹੈ, ਉਸ ਪੱਧਰ ਦੇ ਉੱਤੇ ਵੀ ਲੜਾਈਆਂ ਨੇ। ਤਾਂ ਆਟੋਮੈਟਿਕਲੀ ਫਿਰ ਜਿਹਦੇ ਕੋਲ ਜ਼ਿਆਦਾ ਪਾਵਰ ਹੁੰਦੀ ਹੈ, ਜ਼ਿਆਦਾ ਸੱਤਾ, ਦੂਜੇ ਨੂੰ ਡੀਫੇਮ ਕਰਨ ਦੇ ਵਾਸਤੇ, ਜਿਵੇਂ ਵੱਡੇ ਪੱਧਰ 'ਤੇ, ਕਿਉਂਕਿ ਥ੍ਰੈਟ ਜਿਹੜਾ ਹੈਗਾ ਸੀ ਅਮਰੀਕਾ ਜਾਂ ਬਾਕੀ ਨੂੰ, ਉਹ ਇਸਲਾਮ ਇੱਕ ਬੜਾ ਵੱਡਾ ਧਰਮ ਵੀ ਹੈ, ਤੇ ਉਸ ਪੱਧਰ 'ਤੇ ਉਹਨੂੰ ਟੈਰਰਿਜ਼ਮ ਨਾਲ ਪਰਮਾਨੈਂਟਲੀ ਜੋੜ ਦਿਓ। ਹਾਲਾਂਕਿ ਇਸਲਾਮ ਦੇ ਜਾਣਕਾਰ ਜਾਂ ਬੜਾ ਕੁਛ ਲਿਖਦੇ ਨੇ, ਸਾਰਾ ਕੁਛ, ਕਿ ਇਸਲਾਮ ਦੇ ਵਿੱਚ ਕਿਵੇਂ ਬਰਾਬਰੀ ਦਾ ਕਨਸੈਪਟ ਹੈ, ਇਸਲਾਮ ਦੇ ਵਿੱਚ ਕਿੰਨੀਆਂ ਚੰਗੀਆਂ ਖੂਬੀਆਂ ਨੇ ਮੁਕਾਬਲਤਨ ਸਾਰੇ। ਵਿਵੇਕਾਨੰਦ ਦੇ ਵੀ ਇੱਕ ਕਿਤਾਬ, ਵਿਵੇਕਾਨੰਦ ਦੇ ਕੋਟ ਵਾਲੀ ਵੀ ਕਿਸੇ ਨੇ ਛਾਪੀ ਹੈ ਹਜ਼ਰਤ ਮੁਹੰਮਦ ਸਾਹਿਬ 'ਤੇ, ਕਿ ਇਸਲਾਮ ਦੇ ਵਿੱਚ ਜਿਹੜਾ ਇਕੁਐਲਿਟੀ ਦਾ ਕੁਐਸਚਨ ਹੈ। ਹਾਲਾਂਕਿ ਵਿਵੇਕਾਨੰਦ ਤਾਂ ਇਹ ਜਿਹੜਾ ਹਿੰਦੂਤਵ ਦੇ ਐਂਗਲ ਤੋਂ ਮੰਨਿਆ ਜਾਂਦਾ ਉਸ ਪੱਧਰ ਦੇ ਉੱਤੇ, ਪਰ ਜਦੋਂ ਲੋਕਾਂ ਨੇ ਇੰਟੈਲੈਕਚੁਅਲ ਕੰਮ ਕੀਤਾ ਉਦੋਂ ਉਹ ਕੀਤਾ। ਪਰ ਹੁਣ ਪ੍ਰਾਪੇਗੰਡਾ ਜਿਹੜਾ ਇੱਕ ਹੁੰਦਾ ਹੈ, ਉਹਦੇ 'ਚ ਬਹੁਤ ਜ਼ਿਆਦਾ ਜਾਨ ਹੁੰਦੀ ਹੈ, ਔਰ ਇਸੇ ਕਰਕੇ ਸਾਡੇ ਸਾਰੇ ਕਿਤੇ ਫਿਰ ਹੁਕਮਰਾਨਾਂ ਨੇ ਇਹ ਕੰਮ ਚਲਾ ਲਿਆ। ਜੇ ਪੰਜਾਬ ਦੇ ਵਿੱਚ ਖਾਲਿਸਤਾਨੀ ਮੂਵਮੈਂਟ ਸੀ, ਸਾਰੇ ਸਿੱਖ ਅੱਤਵਾਦੀ ਬਣਾ ਦਿਓ। ਜੇ ਦੇਸ਼ ਦੇ ਵਿੱਚ ਸਾਡੇ ਕੋਈ ਆਉਂਦਾ ਇੱਥੇ ਗੋਧਰਾ ਦੇ ਵਿੱਚ, ਤੁਸੀਂ ਸਾਰੇ ਮੁਸਲਮਾਨ ਮਾਰ ਵੀ ਦਿਓ ਤਾਂ ਵੀ ਅੱਤਵਾਦੀ ਕਹਿ ਦਿਓ, ਤਾਂ ਕਿ ਦੂਜੀ ਸਿਵਲ ਸੁਸਾਇਟੀ ਤੁਹਾਡੇ ਨਾਲ ਲੱਗ ਜੇ ਵੀ ਦੇਖੋ ਜੀ ਇਹ ਤਾਂ ਅੱਤਵਾਦ ਦੇ ਖਿਲਾਫ ਲੜਾਈ ਲੜ ਰਹੇ ਨੇ। ਇਹੀ ਹਾਲ
ਜਿਹੜੇ ਵੱਖਰੇ ਵਿਚਾਰਾਂ ਵਾਲੇ ਕਮਿਊਨਿਸਟ ਨੇ ਉਹਨਾਂ ਖਿਲਾਫ ਉਹਨਾਂ ਤੇ ਮਾਓਵਾਦੀ ਦਾ ਲਾ ਦਿਓ ਵੀ ਇਹ ਵੀ ਹਥਿਆਰ ਚੱਕ ਕੇ ਸਭ ਨੂੰ ਇੱਕੋ ਪ੍ਰਿਜ਼ਮ 'ਚ ਅਰਬਨ ਨਕਸਲੀ ਕਹਿਣ ਲੱਗ ਜਾਓ। ਜਦੋਂ ਅਰਬਨ ਨਕਸਲੀ ਕਹਿਣ ਲੱਗ ਜਾਓ ਤਾਂ ਤੁਸੀਂ ਜਦੋਂ ਬੰਦੇ ਉਹ ਸਟੇਟ ਨੂੰ ਫੇਵਰ ਕਰਦੀ ਆ ਉਹ ਧਾਰਨਾ, ਉਹ ਸਟੇਟ ਨੂੰ ਇਸ ਤਰ੍ਹਾਂ ਫੇਵਰ ਕਰਦੀ ਹੈ ਕਿ ਤੁਸੀਂ ਬੰਦੇ ਵੀ ਜਿੰਨੇ ਮਰਜ਼ੀ ਮਾਰ ਦਿਓ ਫਿਰ ਵੀ ਤੁਸੀਂ ਸਗੋਂ ਤਕੜੇ ਰੂਲਰ ਦੇ ਤੌਰ ਤੇ ਸਥਾਪਿਤ ਹੁੰਦੇ ਹੋ। ਕੋਈ ਇਨਸਾਫ ਦੀ ਗੱਲ ਉਹਦੇ 'ਚ ਨਹੀਂ ਆ ਉਸ ਪੱਧਰ ਇਹ ਤੇ। ਸੌਖਾ ਹੋ ਜਾਂਦਾ ਵੀ ਕਿਸੇ ਧਰਮ ਨੂੰ, ਜਿਵੇਂ ਇਸਲਾਮਿਕ ਦੀ ਗੱਲ ਕੀਤੀ ਹੈ, ਅਲੱਗ-ਅਲੱਗ ਅੱਜ ਵੀ ਕਈ ਮੁਸਲਮਾਨ ਜਾਂ ਚੀਜ਼ਾਂ ਤੇ ਬੋਲਦੇ ਨੇ, ਕਹਿੰਦੇ ਨੇ ਵੀ ਵੀ ਸਾਡਾ ਧਰਮ ਤਾਂ ਸਿਖਾਉਂਦਾ ਨਹੀਂ, ਕੋਈ ਵੀ ਧਰਮ ਕਿਸੇ ਨੂੰ ਮਾਰਨਾ ਤਾਂ ਸਿਖਾਉਂਦਾ ਨਹੀਂ, ਚਾਹੇ ਦੁਨੀਆ ਵਿੱਚ ਕੋਈ ਵੀ ਧਰਮ ਹੈ। ਫਿਰ ਇਹ ਚੀਜ਼ ਨੂੰ ਨਾਲ ਜੋੜ ਦਿੱਤਾ ਗਿਆ ਕਿ ਵਾਕਈ ਇਹ ਮੀਡੀਆ ਦਾ ਵੀ ਕੰਮ ਰਿਹਾ, ਅਮਰੀਕੀ ਮੀਡੀਆ ਦਾ ਵੀ, ਠੀਕ ਹੈ ਇਹਨਾਂ ਨੂੰ ਜੋੜੋ ਨਾਲ ਐਵੇਂ। ਨਹੀਂ ਬਿਲਕੁਲ, ਮੀਡੀਆ ਜੇ ਜਾਂ ਪ੍ਰਾਪੇਗੰਡਾ ਉਹ ਤਾਂ ਇੱਕ ਟੂਲ ਹੁੰਦਾ ਹੈ, ਔਰ ਟੂਲ ਇਹ ਉਹਦੇ ਕੋਲ ਸਭ ਤੋਂ ਵੱਡਾ ਹੁੰਦਾ ਜਿਹੜਾ ਜ਼ਿਆਦਾ ਪਾਵਰ 'ਚ ਹੁੰਦਾ ਹੈ ਨਾ। ਔਰ ਪਾਵਰਫੁਲ ਸੈਟਅਪ ਦੇ ਵਿੱਚ ਤੁਸੀਂ ਜਿਵੇਂ ਦੁਨੀਆ ਦੇ ਵਿੱਚ ਸੀ, ਅਮਰੀਕਾ ਸਭ ਤੋਂ ਪਾਵਰਫੁਲ ਦਾ ਐਂਗਲ ਹੈ। ਸੋਵੀਅਤ ਯੂਨੀਅਨ ਤੇ ਅਮਰੀਕਾ ਠੰਡੀ ਜੰਗ ਦੇ ਦੌਰਾਨ 1945 ਤੋਂ ਬਾਅਦ ਦੋ ਸੁਪਰ ਪਾਵਰ ਸਾਡੇ ਸਾਹਮਣੇ ਸੀ। ਦੋਨੋਂ ਸੁਪਰ ਪਾਵਰਜ਼ ਦਾ ਆਪਣਾ ਆਪਣਾ ਇੱਕ ਕਲੇਮ ਸੀ। ਖਾਸ ਤੌਰ ਤੇ ਜਦੋਂ ਸੋਵੀਅਤ ਯੂਨੀਅਨ ਟੁੱਟ ਗਈ 90ਵਿਆਂ 'ਚ, ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਤਾਂ ਅਮਰੀਕਾ ਸੋਲ ਲੀਡਰ ਬਣ ਗਿਆ ਸੀ ਇੱਕ, ਤਾਂ ਅਮਰੀਕਾ ਨੇ ਫਿਰ ਹਰ ਇੱਕ ਨੂੰ ਇਹ ਫਤਵਾ ਦੇਣਾ ਸ਼ੁਰੂ ਕਰਤਾ ਤੇ ਇਹ ਇਸ ਲੈਵਲ ਦਾ, ਇਸ ਲੈਵਲ ਦਾ। ਤਾਂ ਉਹ ਮਾਈਂਡ ਸੈੱਟ ਬਣਾਉਣ 'ਚ ਰੋਲ ਪਲੇ ਕਰਦਾ ਹੈ ਨਾ ਮੀਡੀਆ ਸਾਰਾ। ਜਿਵੇਂ ਅਮਰੀਕਾ ਦਾ ਤਾਂ ਇੱਕ ਬੰਦੇ ਮਰਡੋਕ ਵਗੈਰਾ ਉਹ ਸਾਰੇ ਮੀਡੀਆ ਤੇ ਕਾਬਜ਼, 90% ਮੀਡੀਆ ਤੇ ਕਾਬਜ਼ ਇੱਕ ਜ਼ਮਾਨੇ 'ਚ ਸੀ ਸਭ ਤੋਂ ਵੱਡਾ। ਉਹ ਜਿਹੜਾ ਮੀਡੀਆ ਦਾ ਤੇ ਪ੍ਰਾਪੇਗੰਡੇ ਦਾ ਤੇ ਸਾਰਾ ਕਿਸੇ ਦਾ ਰੋਲ ਹੈ, ਉਹ ਬਹੁਤ ਵੱਡਾ ਰੋਲ ਹੈ ਇਸ ਮਾਮਲੇ ਦੇ ਵਿੱਚ ਕਿ ਕਿਸੇ ਵਿਅਕਤੀ ਦੀ ਛਵੀ ਸਧਾਰਨ ਲੋਕਾਂ ਨੂੰ ਕਿਵੇਂ ਪਤਾ ਲੱਗਣਾ। ਉਹ ਕਿਹੜਾ ਮਿਲਦੇ ਨੇ ਉਹਨੂੰ ਜਾਂ ਕੋਈ ਗੱਲ ਕਰਦੇ ਨੇ ਜਾਂ ਇਸ ਲੈਵਲ ਤੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਗੱਲ ਘਰ ਕਰ ਜਾਂਦੀ ਹੈ, ਛਵੀ ਉਹ ਹੁੰਦੀ ਹੈ। ਤੁਸੀਂ ਦੇਖੋ ਕਿ 47 'ਚ ਅਸੀਂ ਭਰਾਵਾਂ ਵਾਂਗ ਰਹਿੰਦੇ ਸੀ, ਜਮਾਂ ਇੱਕ ਦੂਜੇ ਦੇ ਗਵਾਂਢੀ ਸੀ, ਪਰ ਜਦੋਂ ਪੋਲੀਟੀਕਲ ਛਵੀ ਬਣਾਉਣੀ ਸ਼ੁਰੂ ਕੀਤੀ ਕੁਝ ਸਮੇਂ ਦੇ ਵਿੱਚ ਹੀ ਅਸੀਂ ਤਲਵਾਰਾਂ ਫੜ ਕੇ 10 ਲੱਖ ਲੋਕ ਮਾਰਤਾ ਇੱਕ ਦੂਜੇ ਦਾ, ਸਿੱਖਾਂ ਨੇ, ਮੁਸਲਮਾਨਾਂ ਨੇ, ਪੋਲੀਟੀਕਲ ਸੀ, ਇਹ ਪੋਲੀਟੀਕਲ ਸੀ ਟੋਟਲੀ। ਕਿਉਂਕਿ ਪੋਲੀਟਿਕਸ ਇਹ ਨਹੀਂ ਪਤਾ ਕਿ ਤੁਹਾਡੇ ਖੜੇ ਜਿਹੜਾ ਤੁਹਾਡੇ ਬੜੇ ਦੋਸਤਾਨਾ ਸੰਬੰਧ ਨੇ, ਜਿਵੇਂ ਆਪਾਂ ਕਹਿੰਦੇ ਕੋਈ ਪ੍ਰਚਾਰ ਕਰਕੇ ਕੰਨ ਭਰੀ ਜਾਵੇ ਇੱਕ ਦੂਜੇ ਦੇ, ਤਾਂ ਇੱਕ ਦੂਜੇ ਦੋਸਤਾਂ ਨੂੰ ਵੀ ਦੁਸ਼ਮਣ ਬਣਾ ਦਿੰਦੀਆਂ ਨੇ। ਮੀਡੀਆ ਕਰਦੀ ਹੈ ਉਹ ਕੰਮ ਫਿਰ ਪ੍ਰਚਾਰ ਸਾਧਨਾਂ ਦਾ ਹੀ ਹੁੰਦਾ ਹੈ। ਇਹ ਮਾਸ ਮੀਡੀਆ ਮਾਸ ਇਲਾਕਾ ਤੱਕ ਜਾਂਦਾ ਹੈ, ਜਿਹੜਾ ਕੱਲਾ ਮੂੰਹੀ ਦੁਹੀ ਹੁੰਦਾ ਉਹ ਕੱਲੇ ਤੱਕ ਪ੍ਰਭਾਵਿਤ ਕਰਦਾ। ਇਸ ਕਰਕੇ ਇਹ ਤਾਂ ਚੀਜ਼ਾਂ ਉਸ ਪੱਧਰ ਦੇ ਉੱਤੇ ਚੱਲੀਆਂ ਲਗਾਤਾਰ, ਜਿਹੜੀਆਂ ਤਾਲਿਬਾਨ ਦੇ ਰੂਪ ਦੇ ਵਿੱਚ ਵੀ ਉਸ ਰੂਪ 'ਚ ਆਈਆਂ ਤੇ ਇਦੋਂ ਪਹਿਲਾਂ ਵੀ ਚੱਲਦੀਆਂ ਨੇ ਤੇ ਹੁਣ ਵੀ ਚੱਲਦੀਆਂ ਰਹਿਣਗੀਆਂ। ਸਵਾਲ ਕੇਵਲ ਇਹ ਹੁੰਦਾ ਕਿ ਕੀ ਦੂਜੇ ਬੰਦੇ ਨੂੰ ਓਨੇ ਸਾਧਨਾਂ ਰਾਹੀਂ ਬਰਾਬਰ ਦਾ ਮੌਕਾ ਮਿਲਦਾ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ, ਗੱਲ ਰੱਖਣ ਦਾ। ਕਿਉਂਕਿ ਜੇ ਉਹਨੂੰ ਬਰਾਬਰ ਦਾ ਮੌਕਾ ਨਹੀਂ ਮਿਲਦਾ ਉਹਨਾਂ ਗੱਲ ਰੱਖਣ ਦਾ, ਉਹਦੇ ਕੋਲ ਓਨੇ ਪ੍ਰਚਾਰ ਸਾਧਨ ਨਹੀਂ ਹੈ, ਤਾਂ ਆਟੋਮੈਟਿਕਲੀ ਉਹਦੀ ਗੱਲ ਉਹ ਦੋਸ਼ੀ ਹੋ ਜਾਂਦਾ, ਲੋਕਾਂ ਦੀਆਂ ਨਜ਼ਰਾਂ 'ਚ ਹੋ ਜਾਂਦਾ। ਕਿਸੇ ਅਦਾਲਤ ਨੇ ਨਹੀਂ ਉਹਨੂੰ ਦੋਸ਼ੀ ਠਹਿਰਾਇਆ ਹੁੰਦਾ, ਕਿਸੇ ਹੋਰ ਨੇ ਨਹੀਂ। ਹੁਣ ਜਿਵੇਂ ਤੁਸੀਂ ਕਹੋ ਕਿ ਇੱਕ ਦੇਸ਼ ਹੈ ਇਰਾਕ ਦਾ ਇੱਕ ਰਾਸ਼ਟਰਪਤੀ ਹੈ, ਲੋਕ ਉਹਨੂੰ ਰਾਸ਼ਟਰਪਤੀ ਮੰਨਦੇ ਨੇ, ਉਹਨੂੰ ਪੂਜਦੇ, ਬਾਕੀ ਚੀਜ਼ਾਂ। ਕੋਈ ਦੂਜੇ ਦੇਸ਼ ਨੂੰ ਇਹ ਕੀ ਹੱਕ ਹੈ ਵੀ ਫੜ ਕੇ ਉਹਨੂੰ ਮਾਰ ਦੇ ਤੇ ਮਾਰ ਕੇ ਆਪਦੇ ਆਪ ਨੂੰ ਡੈਮੋਕ੍ਰੇਸੀ ਦਾ ਲੰਬਰਦਾਰ ਵੀ ਕਹਾਵੇ। ਇਹ ਉੱਥੋਂ ਦੇ ਲੋਕਾਂ ਨੇ ਦੇਖਣਾ ਮੇਨਲੀ ਤਾਂ ਨਾ ਕਿ ਉਹ ਕਿਹੋ ਜਿਹਾ ਰਾਸ਼ਟਰਪਤੀ, ਉਹ ਹਟਾ ਦੇਣ ਉਹਨੂੰ, ਉਹ ਹੋਰ ਕੋਈ ਚੁਣ ਲੈਣ, ਉਹ ਬਗਾਵਤ ਕਰ ਦੇਣ। ਬਗਾਵਤਾਂ ਵੀ ਤਾਂ ਹੁੰਦੀਆਂ ਹੀ ਆਈਆਂ ਨੇ ਦੇਸ਼ਾਂ ਦੇ ਵਿੱਚ ਜਾਂ ਬਾਕੀ ਜਗ੍ਹਾ ਸਾਰੇ ਕਿਤੇ। ਇਸੇ ਨੂੰ ਸੋਵਰਨਟੀ ਕਹਿੰਦੇ ਸੀ, ਪ੍ਰਭੂਸੱਤਾ, ਕਿ ਦੇਸ਼ਾਂ ਦੇ ਦੌਰ ਦੇ ਵਿੱਚ ਕੋਈ ਦੂਜਾ ਆ ਕੇ ਇੰਨਾ ਦਖਲ ਨਾ ਦੇਵੇ ਕਿ ਉਹਨਾਂ ਦੀ ਸੱਤਾ ਹੀ ਪਲਟਣ ਦਾ ਜਿਹੜਾ ਦੌਰ ਸ਼ੁਰੂ ਕਰ ਦੇਵੇ ਇਸ ਪੱਧਰ ਦੇ ਉੱਤੇ। ਇਹ ਸਭ ਤੋਂ ਖਤਰਨਾਕ ਹੈ। ਪਰ ਅੱਜ ਕੱਲ੍ਹ ਹੋਰ ਤਰੀਕੇ ਹੋ ਗਏ। ਉਹ ਤਾਂ ਸੀਗਾ ਤਲਵਾਰ ਵਾਲਾ ਦੌਰ ਖਤਮ ਹੁੰਦਾ ਜਾ ਰਿਹਾ। ਹੁਣ ਤਾਂ ਤੁਸੀਂ ਦੇਖੋ ਕਿ ਅਮਰੀਕਾ ਦੀ ਚੋਣ ਦੇ ਵਿੱਚ ਕਿੰਨਾ ਰੌਲਾ ਪਿਆ ਕਿ ਸੋਵੀਅਤ ਯੂਨੀਅਨ ਨੇ ਉਹਦੀ ਮਦਦ ਕੀਤੀ ਹੈ ਜੀ ਵੋਟਾਂ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਤਾਂ ਟੈਕਨੋਲੋਜੀ ਦਾ ਯੁੱਗ ਹੈ ਨਾ, ਹੋਰ ਟਾਈਪ ਦਾ ਹੋ ਗਿਆ। ਹੁਣ ਜਿਹੜਾ ਪੈਗਾਸਸ ਦਾ ਰੌਲਾ ਹੈ ਕਿ ਸਾਰੇ ਕਿਤੇ ਤੁਸੀਂ ਕਿਵੇਂ ਫੋਨ ਟੇਪ ਕਰ ਸਕਦੇ ਹੋ, ਜਾਸੂਸੀ ਕਰ ਸਕਦੇ ਹੋ, ਤਾਂ ਜਾਸੂਸੀ ਦੇ ਨਾਂ 'ਤੇ ਤੁਹਾਡਾ ਅਕਸ ਖਰਾਬ ਵੀ ਕੀਤਾ ਜਾ ਸਕਦਾ। ਜਿਹੜੇ ਬੰਦੇ ਉਹ 16 ਫੜੇ ਨੇ, ਰੋਨਾ ਵਿਲਸਨ ਉਹਨਾਂ ਦੇ ਵਿੱਚੋਂ ਇੱਕ ਹੈ, ਜਿਹਦੇ ਕੰਪਿਊਟਰ ਨੂੰ ਅਮਰੀਕਾ ਦੀ ਇੱਕ ਬੜੀ ਕ੍ਰੈਡੀਬਲ, ਭਰੋਸੇਯੋਗ ਇੱਕ ਜਿਹੜੀ ਸੰਸਥਾ ਹੈ, ਉਹਨੇ ਲੈਬ ਨੇ ਇਹ ਸਾਬਤ ਕਰਤਾ ਕਿ 2 ਸਾਲ ਪਹਿਲਾਂ ਇਸ ਬੰਦੇ ਦੇ ਕੰਪਿਊਟਰ 'ਚ ਹਿਡਨ ਤਰੀਕੇ ਦੇ ਨਾਲ ਕੋਈ ਮੇਲ ਸ਼ਿਫਟ ਕੀਤੀ ਗਈ ਹੈ ਤੇ ਉਹ ਮੇਲ 'ਚ ਉਹ ਬੰਦੇ ਨੂੰ ਪਤਾ ਹੀ ਨਹੀਂ 2 ਸਾਲਾਂ ਤੱਕ ਕੀ ਹੋ। ਫਿਰ 2 ਸਾਲਾਂ ਬਾਅਦ ਤੁਸੀਂ ਉਹਨੂੰ ਵਰਤਦੇ ਹੋ, ਅੱਗੇ ਭੇਜਦੇ ਹੋ। ਜਿਨ੍ਹਾਂ ਕੋਲ ਉਹ ਅੱਗੇ ਜਾਂਦੀ ਹੈ ਉਹ ਸਾਰੇ ਫਿਰ ਪ੍ਰਧਾਨ ਮੰਤਰੀ ਦੇ ਕਤਲ ਕਰਨ ਦੀ ਸਾਜ਼ਿਸ਼ ਦੇ ਵਿੱਚ ਬੰਨ੍ਹ ਦਿੱਤੇ ਜਾਂਦੇ ਨੇ। 2-2.5 ਸਾਲ ਤੋਂ ਜ਼ਮਾਨਤ ਨਹੀਂ ਹੋ ਰਹੀ। ਤੇ ਜੇ ਇਸ ਤਰ੍ਹਾਂ ਹੋਣ ਲੱਗ ਜਾਏਗਾ ਜਿਹੜਾ ਇਹ ਸਿਸਟਮ ਹੈ ਇੱਕ, ਤਾਂ ਫਿਰ ਰਾਜਿਆਂ ਨੂੰ ਵੀ ਜਾਂ ਦੇਸ਼ਾਂ ਦੀਆਂ ਸਰਕਾਰਾਂ ਉਲਟਾਉਣਾ ਕੋਈ ਔਖਾ ਕੰਮ ਨਹੀਂ, ਕਿਉਂਕਿ ਸਾਹਮਣੇ ਹੀ ਲਿਆਉਣਾ ਨਾ ਤੇ ਪ੍ਰਚਾਰ ਕਰਨਾ, ਇਹਨੇ ਤੁਹਾਡੇ ਨਾਲ ਐਂ ਕਰਤਾ, ਇਹਨੇ ਤੁਹਾਡੇ ਨਾਲ ਐਂ ਕਰਤਾ, ਤੇ ਉਹ ਮਾਰੇ ਜਾਣਗੇ ਸਾਰੇ। ਇਹ ਮਾਹੌਲ ਹੈ ਜਿਹੜਾ ਬਣ ਰਿਹਾ ਅਸਲ ਦੇ ਵਿੱਚ ਦੁਨੀਆ ਦੇ ਵਿੱਚ, ਜਿਹੜਾ ਇੱਕ ਸੁਪਰ ਪਾਵਰ ਬਣਨ ਦਾ ਇੱਕ ਖਾਹਿਸ਼ ਸੀ। ਮੰਨ ਲਓ ਅਮਰੀਕਾ ਦੇ ਵਿੱਚ ਜੋ ਉਹ ਚੀਨ ਵੀ ਕਹਿੰਦਾ, ਸਾਰੇ ਹੀ ਇੱਕ ਰਿਵਾਜ ਹੈ ਕਿ ਮੈਂ ਦੁਨੀਆ ਦਾ ਰਾਜਾ। ਸਿਕੰਦਰ ਤੋਂ ਲੈ ਕੇ ਸਿਕੰਦਰ ਵੀ ਆਇਆ ਸੀ ਦੁਨੀਆ ਜਿੱਤਣ ਕਿ ਮੈਂ ਵੀ ਦੁਨੀਆ ਤੇ ਰਾਜ ਕਰਨਾ। ਉਸੇ ਤਰ੍ਹਾਂ ਅਮਰੀਕਾ, ਪਰ ਉਹਨਾਂ ਨੂੰ ਕਾਊਂਟਰ ਕਰਨ ਵਾਲੇ ਲੋਕ ਵੀ ਨੇ, ਕਾਊਂਟਰ ਕਰਨ ਵਾਲਾ ਇੰਟੈਲੈਕਚੁਅਲ ਤਬਕਾ ਵੀ ਹੈ ਬਹੁਤ ਵੱਡਾ। ਅਮਰੀਕਾ 'ਚ ਤਾਂ ਕਾਫੀ ਹੈ। ਨੋਮ ਚੋਮਸਕੀ ਉਹਦੇ ਤੋਂ ਸਭ ਤੋਂ ਵੱਡਾ ਨਾਮ ਹੈ, ਜਿਹੜਾ ਕਹਿੰਦਾ ਸੁਪਰ ਪਾਵਰਿਜ਼ਮ ਤੇ ਟੈਰਰਿਜ਼ਮ ਇੱਕੋ ਸਿੱਕੇ ਦੇ 2 ਪਾਸੇ ਨੇ। ਜੇ ਤੁਸੀਂ
ਮਹਾਸ਼ਕਤੀਵਾਦ ਦੀ ਧਾਰਨਾ ਦਿਮਾਗ 'ਚ ਲਈ ਫਿਰਦੇ ਹੋ ਕਿ ਮੈਂ ਮਹਾਸ਼ਕਤੀ ਬਣਨਾ ਹੈ, ਤਾਂ ਟੈਰਰਿਜ਼ਮ ਨੂੰ ਕੋਈ ਦੁਨੀਆ ਦੀ ਤਾਕਤ ਹਿਲਾ ਨਹੀਂ ਸਕਦੀ। ਉਹ ਵੀ ਓਡੇ ਹੀ ਵੱਡੇ ਪੱਧਰ ਤੇ ਫੈਲੂਗਾ। ਤੁਸੀਂ ਪ੍ਰੈਸ਼ਰ ਨਾਲ ਇਹ ਚੀਜ਼ਾਂ ਨਹੀਂ ਕਰ ਸਕਦੇ। ਔਰ ਉਹਦੀ ਗੱਲ ਸੱਚ ਵੀ ਸਾਬਤ ਹੋ ਰਹੀ ਹੈ। ਪਹਿਲਾਂ ਟੈਰਰਿਜ਼ਮ ਦੇਸ਼ਾਂ ਦੇ ਵਿੱਚ ਹੁੰਦੇ ਸੀ ਕਿ ਆਹ ਦੇਸ਼ ਦਾ ਇੱਕ ਕੋਈ ਗੱਲ ਹੈ ਦੂਜੇ ਦੇਸ਼ ਦੀ। ਹੁਣ ਉਹ ਗਲੋਬਲ ਬਣ ਗਿਆ। ਜੇ ਗਲੋਬਲ ਮਹਾਸ਼ਕਤੀ ਬਣ ਗਈ ਤੇ ਤੁਹਾਡੇ ਕੋਲ ਗਲੋਬਲ ਵੀ ਬਣ ਗਿਆ ਉਸੇ ਤਰੀਕੇ ਦਾ। ਔਰ ਪਹਿਲਾਂ ਟੈਰਰਿਜ਼ਮ ਅਤੇ ਮਿਲੀਟੈਂਸੀ 'ਚ ਫਰਕ ਵੀ ਕੀਤਾ ਜਾਂਦਾ ਸੀ। ਜਿਹੜੇ ਪੋਲੀਟੀਕਲ ਕਾਜ ਦੇ ਵਾਸਤੇ, ਪੋਲੀਟੀਕਲ ਦੇ ਉਦੇਸ਼ ਦੇ ਵਾਸਤੇ ਹਥਿਆਰਬੰਦ ਲੜਾਈ ਲੜਦੇ ਸੀ, ਜਿਵੇਂ ਸਾਡੇ ਆਜ਼ਾਦੀ ਵੇਲੇ ਸੀ। ਅਸੀਂ ਭਗਤ ਸਿੰਘ ਹੋਣੀ, ਕਰਤਾਰ ਸਰਾਭੇ ਹੋਣੀ, ਊਧਮ ਸਿੰਘ ਹੋਣੀ, ਉਹਨਾਂ ਨੂੰ ਅੱਤਵਾਦੀ ਨਹੀਂ ਨਾ ਕਿਹਾ ਜਾਂਦਾ ਸੀ। ਉਹਨਾਂ ਨੂੰ ਤਾਂ ਤੁਸੀਂ ਖਾੜਕੂ ਕਹਿ ਦਿਓ, ਮੁਜਾਹਿਦੀਨ ਕਹਿ ਦਿਓ, ਮਿਲੀਟੈਂਟ ਕਹਿ ਦਿਓ, ਉਹ ਇੱਕ ਅਲੱਗ ਸਵਾਲ ਹੈ ਉਸ ਲੈਵਲ 'ਤੇ। ਪਰ ਹੁਣ 9/11 ਤੋਂ ਬਾਅਦ ਭਾਸ਼ਾ 'ਚੋਂ ਮਿਲੀਟੈਂਟ ਸ਼ਬਦ ਹੀ ਕੱਢ ਰਹੇ ਹੋ ਤੁਸੀਂ ਕਹਿੰਦੇ ਹੋ ਸਾਰੇ ਹੀ ਅੱਤਵਾਦੀ ਨੇ। ਉਦੋਂ ਬਾਅਦ ਇਹ ਹੋਇਆ, ਇਹ ਫਰਕ ਪਿਆ ਲੋਕਾਂ ਦੀ ਧਾਰਨਾ ਦੇ ਵਿੱਚ। ਹਰ ਹਥਿਆਰਬੰਦ ਅੰਦੋਲਨ ਅੱਤਵਾਦੀ ਅੰਦੋਲਨ ਦੇ ਰੂਪ ਦੇ ਵਿੱਚ ਦੇਖਿਆ ਜਾਣ ਲੱਗ ਗਿਆ। ਕਿਸਾਨਾਂ ਦੇ ਮੋਰਚੇ ਨੂੰ ਵੀ ਕਹਿ ਦਿੱਤਾ ਸੀ, ਕਿਸਾਨ ਗਏ ਅਸੀਂ ਆਤੰਕਵਾਦੀ ਕਹਿਣ ਲੱਗ ਪਏ ਸੀ। ਨਹੀਂ, ਇਸੇ ਕਰਕੇ ਉਹਨਾਂ ਨੂੰ ਕਹਿੰਦੇ ਨੇ ਨਾ ਵੀ ਇਹ ਖਾਲਿਸਤਾਨੀਆਂ ਦੀ ਬੈਕਗਰਾਉਂਡ ਹੈ, ਇਹ ਮਾਓਵਾਦੀਆਂ ਦੀ ਹੈ, ਅਰਬਨ ਨਕਸਲੀ ਨੇ, ਇਹ ਪਾਕਿਸਤਾਨ ਨਾਲ ਨੇ, ਤਾਂ ਕਿ ਉਹ ਲੋਕਾਂ ਦੇ ਦਿਮਾਗ 'ਚ, ਆਮ ਲੋਕ ਉਹਦੇ ਦੇ ਦਿਮਾਗ 'ਚ ਇਹ ਹੈ ਕਿ ਕੱਲ੍ਹ ਨੂੰ ਜੇ ਅੱਤਵਾਦ ਆ ਗਿਆ ਜੀ, ਸਾਡੇ ਤਾਂ ਬੱਚੇ ਮਾਰੇ ਜਾਣਗੇ, ਸਾਨੂੰ ਰਹਿਣਾ ਔਖਾ ਹੋ ਜੂ। ਉਹਨੂੰ ਭਨਾਉਂਦਾ ਉਹ ਜਿਹੜਾ ਸਿਸਟਮ ਹੈ ਅਸਲ ਦੇ ਵਿੱਚ। ਹਾਲਾਂਕਿ ਉਹ ਫੇਕ ਵੀ ਹੁੰਦਾ। ਔਰ ਜਿਵੇਂ ਇਹਦਾ ਸੀਗਾ ਨਾ ਹਿਟਲਰ ਦਾ ਜਿਹੜਾ ਇਨਫੋਰਮੇਸ਼ਨ ਮਿਨਿਸਟਰ, ਉਹ ਕਹਿੰਦਾ ਸੀ ਕਿ ਜੇ 100 ਇੱਕੋ ਝੂਠ ਨੂੰ 1000 ਵਾਰ ਬੋਲ ਦੋ ਸੱਚ ਲੱਗਣ ਲੱਗ ਜਾਂਦਾ। ਤੇ ਇਹੀ ਹੈ। ਤੇ ਫਿਰ ਇਹ ਵਰਤਿਆ ਜਾਂਦਾ, ਬਾਰ-ਬਾਰ ਉਹੀ ਕਹੀ ਜੋ ਤੇ ਉਹਦੇ ਨਾਲ ਵਰਤਿਆ ਜਾਂਦਾ। ਇਸ ਪਾਸੇ ਲਈ ਇਸ ਕਰਕੇ ਤਾਲਿਬਾਨ ਜਿਹੜਾ ਹੁਣ ਤੱਕ ਆਇਆ, ਕਿਉਂਕਿ ਪੰਜਾਬ ਨਾਲ ਉਹਦਾ ਸੰਬੰਧ ਹੈ। 1823 ਦੇ ਵਿੱਚ ਜਦੋਂ ਪੈਸ਼ਾਵਰ ਤੇ ਕਾਬਲ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ, ਉਦੋਂ ਬਾਅਦ ਇਹ ਕਿਹਾ ਜਾਂਦਾ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੈ ਕਿ ਤੁਸੀਂ ਉਹਨਾਂ ਉਸ ਪੱਧਰ ਦੇ ਉੱਤੇ ਗਏ ਹੋ। ਤੇ ਉੱਥੇ ਵੀ ਹਰੀ ਸਿੰਘ ਨਲੂਆ ਤੋਂ ਲੈ ਕੇ ਬਾਕੀ ਵੀ ਜਿਹੜੀਆਂ ਕਿਤਾਬਾਂ ਜਾਂ ਮਿਲਦੀਆਂ ਨੇ, ਉਹ ਕਹਿੰਦੇ ਸੀ ਉਹਨਾਂ ਨੂੰ ਪੈਰਲਲ ਟੱਕਰੋ ਜੀ, ਉਨਾ ਹੀ ਜ਼ੁਲਮ ਕਰੋ ਉਸੇ ਤਰੀਕੇ। ਇਹ ਅਖਾਣ ਵੀ ਬਣੇ ਨੇ ਇਸੇ ਕਰਕੇ ਉਹਦੇ 'ਚੋਂ ਕਿ ਲੋਕ ਅਫਗਾਨ ਮਾਵਾਂ ਇਹ ਕਹਿਣ ਲੱਗ ਗਈਆਂ ਸੀ ਵਿੱਚੋਂ ਕਿ ਸੌਂ ਜੋ ਪੁੱਤ ਨਹੀਂ ਨਲੂਆ ਆ ਜਾਊਗਾ। ਇਹਦਾ ਮਤਲਬ ਕਿਸ ਲੈਵਲ ਦਾ ਇੱਕ ਔਰਾ ਬਿਠਾਇਆ ਹੋਊਗਾ ਦਿਮਾਗ ਦੇ ਵਿੱਚ। ਇਹ ਫਿਰ ਆ ਕੇ ਉਦੋਂ ਬਾਅਦ ਅੰਗਰੇਜ਼ਾਂ ਵੇਲੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਫਿਰ ਚੀਜ਼ਾਂ ਸਾਰੀਆਂ ਠੀਕ ਹੋਈਆਂ ਨੇ। ਸਾਡਾ ਸੰਬੰਧ ਕਸ਼ਮੀਰ, ਤਾਲਿਬਾਨ ਤੇ ਸਭ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤਾਲਿਬਾਨ ਤਾਂ ਨਹੀਂ ਮਤਲਬ ਅਫਗਾਨਿਸਤਾਨ, ਤਾਲਿਬਾਨ ਤਾਂ ਬਾਅਦ ਦੇ ਵਿੱਚ ਬਣਿਆ। ਸਾਡਾ ਡਾਇਰੈਕਟ ਸੰਬੰਧ ਵੀ ਰਿਹਾ ਪੰਜਾਬ ਦਾ, ਜੇ ਪੰਜਾਬੀ ਜਦੋਂ ਟੋਟਲ ਪੰਜਾਬ ਇਕੱਠਾ ਸੀ। ਅੱਛਾ ਸਰ, ਹੁਣ ਮੇਰਾ ਸਵਾਲ ਹੈ ਕਿ ਤਾਲਿਬਾਨ ਨੇ ਹੁਣ ਕਬਜ਼ਾ ਕਰ ਲਿਆ। ਆਪਾਂ 1996-97 ਦੀ ਗੱਲ ਕਰੀਏ, ਪਾਕਿਸਤਾਨ ਨੇ ਮਾਨਤਾ ਦਿੱਤੀ ਸੀ ਤਾਲਿਬਾਨ ਦੀ ਸਰਕਾਰ ਨੂੰ। ਜੇ ਹੁਣ ਚੀਨ ਤੇ ਪਾਕਿਸਤਾਨ ਜਾਂ ਹੋਰ ਦੇਸ਼ ਵਾਲੇ ਜੇ ਮਾਨਤਾ ਦੇ ਦਿੰਦੇ ਨੇ ਤਾਲਿਬਾਨ ਸਰਕਾਰ ਨੂੰ, ਫਿਰ ਭਾਰਤ ਉੱਤੇ ਇਹਦਾ ਕੀ ਅਸਰ ਪਊਗਾ? ਕਿਉਂਕਿ ਦੋਨੋਂ ਗੁਆਂਢੀ ਸੂਬੇ ਨੇ। ਉਹਦੇ 'ਚ ਤਾਂ ਦੇਖੋ ਦੇਖਣਾ ਪਏਗਾ ਸਾਰਾ। ਮਤਲਬ ਤਾਲਿਬਾਨ ਦੀ ਸਰਕਾਰ ਸਟੇਬਲ ਹੋ ਜਾਂਦੀ ਹੈ ਜੀ, ਇਹ ਥੋੜ੍ਹਾ ਜਿਹਾ ਬਦਲੇ ਹੋਏ ਰੂਪ ਦੇ ਵਿੱਚ ਆਉਂਦੀ ਹੈ। ਔਰ ਲੋਕ ਬਦਲੇ ਨੇ, ਐਸੀ ਗੱਲ ਨਹੀਂ ਕਿ ਲੋਕ ਬਦਲੇ ਨੇ। ਜਿਵੇਂ ਹੁਣ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਜਿੰਨੇ ਇਸਲਾਮਿਕ ਮੁਲਕ ਸੀ, ਉਹ ਨਾਰਮਲੀ ਸ਼ਰੀਅਤ ਦੇ ਮੁਤਾਬਕ ਹੀ ਚੱਲਦੇ ਸੀ। ਪਰ ਹੌਲੀ ਹੌਲੀ ਦੁਨੀਆਦਾਰੀ ਦੇ ਵਿੱਚ ਜਿਸ ਢੰਗ ਨਾਲ ਡਿਵੈਲਪਮੈਂਟਾਂ ਹੋਈਆਂ, ਤਾਂ ਉਹਨਾਂ ਦੇ ਸਾਹਮਣੇ ਇੱਕ ਗੱਲ ਆਈ ਪੂਰੀ ਦੁਨੀਆ ਪੱਧਰ ਦੇ ਉੱਤੇ ਕਿ ਕਿਸੇ ਇੱਕ ਪਾਰਟੀਕੂਲਰ ਧਰਮ ਦੀ ਉਹ ਵੀ ਬੜੀਆਂ ਹਾਰਡ ਜਿਹੜੀਆਂ ਚੀਜ਼ਾਂ ਨੇ, ਕਿਸੇ ਜ਼ਮਾਨੇ 'ਚ ਚਾਹੇ ਉਹ ਠੀਕ ਵੀ ਹੋਣ, ਉਹਦੇ ਨਾਲ ਨਹੀਂ ਹੁਣ ਚਲਾਇਆ ਜਾ ਸਕਦਾ। ਉਹ ਇਸ ਲਈ ਉਹਦੇ 'ਚ ਇੱਕ ਸੰਵਿਧਾਨਾਂ ਦੀ ਲੋੜ ਪੈਂਦੀ ਹੈ, ਸੰਵਿਧਾਨ ਬਣਾਉਣ ਦੀ, ਜਿਹੜੇ ਕਿ ਮਾਡਰਨ ਔਰ ਰਿਪਬਲਿਕਨ, ਇਸਲਾਮਿਕ ਰਿਪਬਲਿਕਨ ਦੇ ਤੌਰ ਦੇ ਉੱਤੇ ਹੀ ਧਰਮ ਦੇ ਆਧਾਰ 'ਤੇ ਪਾਕਿਸਤਾਨ ਵੀ ਬਣਿਆ ਸੀ, ਧਰਮ ਦੇ ਆਧਾਰ 'ਤੇ ਹੀ ਬਣਿਆ ਸੀ ਨਾ। ਪਰ ਬੰਗਲਾਦੇਸ਼ ਅਲੱਗ ਹੋ ਗਿਆ ਉਹਦੇ ਨਾਲੋਂ ਵੀ, ਉਹ ਵੀ ਨਹੀਂ ਚੱਲਿਆ। ਹੁਣ ਪਾਕਿਸਤਾਨ ਦੇ ਵਿੱਚ ਵੀ ਤਾਂ ਇੱਕ ਡੈਮੋਕ੍ਰੇਟਿਕ ਕਨਸਟੀਟਿਊਸ਼ਨ ਬਣਿਆ ਨਾ, ਉਹਦੇ ਤਹਿਤ ਇਲੈਕਸ਼ਨ ਹੁੰਦੀ ਹੈ, ਉਹਦੇ ਤਹਿਤ ਸਾਰਾ ਕੁਝ ਹੁੰਦਾ, ਤੇ ਉਸ ਤਰੀਕੇ ਦੇ ਨਾਲ ਨਹੀਂ ਹੁੰਦਾ। ਇਸੇ ਤਰ੍ਹਾਂ ਜੇ ਤਾਲਿਬਾਨ ਨੇ ਵੀ ਅੱਗੇ ਰੂਲ ਕਰਨਾ ਤਾਂ ਉਹ ਸ਼ਰੀਅਤ ਉਸ ਰੂਪ 'ਚ ਲਾਗੂ ਨਹੀਂ ਕਰ ਪਾਉਣਗੇ। ਅੱਜ ਦੀ ਦੁਨੀਆ 'ਚ ਇਹ ਲੰਮਾ ਚੱਲਣ ਵਾਲਾ ਮਾਹੌਲ ਨਹੀਂ ਹੈ। ਉਹਨਾਂ ਨੂੰ ਜੇ ਸੱਤਾ 'ਚ ਰਹਿਣਾ ਤਾਂ ਉਹਨਾਂ ਨੂੰ ਬਦਲਾਅ ਕਰਨਾ ਪਏਗਾ ਇੱਕ ਕਨਸਟੀਟਿਊਸ਼ਨ ਦੇ ਐਂਗਲ ਤੋਂ ਓਵਰਆਲ, ਜਿਹੜਾ ਉਹਨਾਂ ਨੂੰ ਦੁਨੀਆ ਨੂੰ ਦਿਖਾਉਣਾ ਪਏਗਾ ਆਹ ਕਨਸਟੀਟਿਊਸ਼ਨ ਹੋਏਗਾ ਜਿਹਦੇ ਤਹਿਤ ਘੱਟ ਗਿਣਤੀਆਂ ਨੂੰ ਆਹ ਹਿਫਾਜ਼ਤ ਹੋਏਗੀ, ਬਾਕੀ ਲੋਕਾਂ ਨੂੰ ਆਹ ਹਿਫਾਜ਼ਤ ਹੋਏਗੀ। ਔਰਤਾਂ ਦੀ ਇਕੁਐਲਿਟੀ ਦਾ ਸਵਾਲ ਹੈ। ਕੁਝ ਲੋਕ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਹਜੇ ਪ੍ਰੈਸ ਕਾਨਫਰੰਸ ਗੱਲਾਂ ਕਹਿਤੀਆਂ ਨੇ, ਪ੍ਰੈਸ ਕਾਨਫਰੰਸ ਜਿਹੜੀ ਕਹੀ ਹੈ, ਪਰ ਕਹੀ ਦਾ ਤੇ ਕਰਨੀ ਦਾ ਬਹੁਤ ਜ਼ਿਆਦਾ ਫਰਕ ਹੋਊਗਾ। ਔਰ ਉਹਨਾਂ ਨੂੰ ਇਹ ਸਾਬਤ ਕਰਨਾ ਪਏਗਾ ਕਿ ਜੋ ਅਸੀਂ ਕਹਿ ਰਹੇ ਹਾਂ ਉਹਨੂੰ ਇਨ ਰਾਈਟਿੰਗ ਵੀ, ਉਹਨੂੰ ਕਨਸਟੀਟਿਊਸ਼ਨਲ ਵੀ, ਲਾ ਦੇ ਤੌਰ 'ਤੇ ਵੀ ਅਸੀਂ ਉਹਨੂੰ ਆਪਰੇਟ ਕਰਾਵਾਂਗੇ। ਹੁਣ ਉਹਨਾਂ ਨੇ ਗੱਲ ਕੀ ਕਹੀ ਹੈ? ਗੱਲ ਇਹ ਕਹੀ ਹੈ ਕਿ ਇੱਥੇ ਕਿਸੇ ਔਰਤ ਨੂੰ ਕੋਈ ਖਤਰਾ ਨਹੀਂ, ਪਰ ਬਸ਼ਰਤੇ ਕਿ ਉਹਨੂੰ ਇਸਲਾਮ ਦੀ ਸ਼ਰੀਅਤ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਪਏਗਾ। ਹੁਣ ਇਹ ਵੀ ਤਾਂ ਇੱਕ ਰਿਸਟ੍ਰਿਕਸ਼ਨ ਹੈ ਨਾ ਉਸ ਪੱਧਰ ਦੀ, ਜਿਹੜੀ ਇਸਲਾਮ ਦੇ ਤੁਸੀਂ ਬੁਰਕਾ ਨੀਚੇ ਤੱਕ ਪਾਓਗੇ ਜਾਂ ਤੁਸੀਂ ਨਹੀਂ ਜਾ ਸਕਦੇ। ਉੱਥੋਂ ਇਹ ਵੀ ਘਟਨਾਵਾਂ ਆ ਰਹੀਆਂ ਨੇ ਕਿ ਉਹਨਾਂ ਨੇ ਪ੍ਰਾਈਵੇਟ ਤੌਰ 'ਤੇ, ਚਾਹੇ TV ਚੈਨਲ 'ਤੇ ਕੋਈ ਐਂਕਰ ਹੈ ਜਾਂ ਹੋਰ, ਉਹਨੂੰ ਤਾਂ ਨਹੀਂ ਰੋਕਿਆ, ਪਰ ਜਿਹੜੇ ਸਰਕਾਰੀ 'ਚ ਔਰਤਾਂ ਜਾ ਰਹੀਆਂ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਨਹੀਂ ਤੁਸੀਂ ਘਰ ਰਹੋ, ਤੁਸੀਂ ਅਜੇ ਨਹੀਂ ਜੌਬ 'ਤੇ ਜਾਣਾ। ਉਸ ਪੱਧਰ ਦੇ ਉੱਤੇ ਕੁਝ ਇਹ ਵਾਪਰ ਰਿਹਾ। ਅਗਲਾ ਇੱਕ ਦਿੱਕਤ ਇਹ ਆਉਂਦੀ ਹੁੰਦੀ ਹੈ ਉਹਦੇ 'ਚ ਕਿ ਜਦੋਂ ਤੁਸੀਂ ਇੱਕ ਮਾਈਂਡ ਸੈੱਟ ਬਣਾਇਆ ਹੁੰਦਾ ਬੜੇ ਵੱਡੇ ਕੇਡਰ ਦਾ, ਜਿਹੜਾ
ਦਹਾਕਿਆਂ ਤੋਂ ਲੜ ਰਿਹਾ ਹੈ, ਉਹ ਇੱਕਦਮ ਤਬਦੀਲ ਕਿਵੇਂ ਕਰੋਗੇ? ਉਹਦੀ ਵੀ ਬਹੁਤ ਵੱਡੀਆਂ ਟ੍ਰੇਨਿੰਗਾਂ ਦੀ ਲੋੜ ਪੈਗੀ ਹੇਠਾਂ। ਜਿਸ ਲੈਵਲ ਦਾ ਮਾਹੌਲ ਹੁੰਦਾ ਉਸ ਲੈਵਲ ਦੀਆਂ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਨੇ ਲਗਾਤਾਰ। ਉਹ ਇੱਕ ਪ੍ਰੋਸੈਸ ਹੈ, ਮਤਲਬ ਇੱਕੋ ਦਮ ਸਾਰਾ ਕੁਝ ਠੀਕ ਨਹੀਂ ਹੋਏਗਾ। ਪਰ ਜੇ ਉਹਨਾਂ ਦੀ ਨੀਅਤ ਇਸ ਪਾਸੇ ਆਏਗੀ, ਉਹਨਾਂ ਨੂੰ ਜ਼ਿਆਦਾ ਜ਼ੋਰ ਨਾਲ ਸਾਰੇ ਕਿਤੇ ਦਿਖਾਉਣ ਦੀ ਲੋੜ ਪਏਗੀ। ਜਿਹੜੀ ਗੱਲ ਹੈਗੀ ਆ ਚਾਈਨਾ ਦੀ, ਪਾਕਿਸਤਾਨ ਦੀ ਜਾਂ ਸਾਰੇ, ਔਰ ਇੱਥੇ ਵੀ ਅਮਰੀਕਾ ਦਾ ਵੀ ਸਟੇਕ ਹੈ। ਅਮਰੀਕਾ ਦੀ ਲੜਾਈ ਅਸਲ ਦੇ ਵਿੱਚ ਚਾਈਨਾ ਤੇ ਅਮਰੀਕਾ ਸੁਪਰ ਪਾਵਰ ਕੌਣ ਬਣੇ ਉਹ 'ਚ ਹੈ। ਇਸੇ ਕਰਕੇ ਅਮਰੀਕਾ ਕਈ ਵਾਰ ਸੋਚੂਗਾ, ਉਹਦੀ ਵਿਦੇਸ਼ ਪਾਲਿਸੀ ਇਹ ਸੋਚੂਗੀ ਕਿ ਭਾਰਤ ਤੇ ਪਾਕਿਸਤਾਨ ਦਾ ਸੰਬੰਧ ਬਿਹਤਰ ਰਹੇ। ਜੇ ਬਿਹਤਰ ਰਹੂਗਾ ਤਾਂ ਅਫਗਾਨਿਸਤਾਨ 'ਚ ਤਾਲਿਬਾਨਾਂ ਨਾਲ ਵੀ ਗੱਲ ਹੋਏਗੀ। ਹਾਲਾਂਕਿ ਤਾਲਿਬਾਨਾਂ ਨਾਲ ਤਾਂ ਅਮਰੀਕਾ ਸਮਝੌਤੇ 'ਚ ਹੀ ਗਿਆ ਨਾ, ਪਾਵਰ ਛੱਡ ਕੇ ਗਿਆ ਅਮਰੀਕਾ, ਐਸੀ ਤਾਂ ਨਹੀਂ ਗੱਲ। ਇਸੇ ਕਰਕੇ ਉਹਦੇ ਤੇ ਪ੍ਰੈਸ਼ਰ ਜ਼ਿਆਦਾ ਪੈ ਰਿਹਾ ਵੀ ਤੁਸੀਂ ਕਿਹੋ ਜਿਹਾ ਸਮਝੌਤਾ ਕੀਤਾ, ਇਹ ਸਮਝੌਤੇ ਨੂੰ ਲਾਗੂ ਕਰਾਓ ਜੋ ਵੀ ਤਰੀਕੇ ਲਾਗੂ ਕਰ ਰਹੇ ਹੋ। ਤੇ ਇਸ ਲਈ ਤਾਲਿਬਾਨ ਨੂੰ ਉਸ ਰਾਹ ਤੇ ਪਾਉਣ ਦੇ ਲਈ ਪ੍ਰੈਸ਼ਰਾਈਜ਼ ਵੀ ਕਰਨਾ ਜਾਂ ਉਹਦੀ ਗੱਲ ਲੌਜੀਕਲੀ ਕਿਵੇਂ ਉਹਨਾਂ ਨੂੰ ਉੱਧਰ ਲਾਉਣਾ, ਉਹਦੇ ਤੇ ਵੀ। ਤੇ ਉਹਦੇ ਵਾਸਤੇ ਉਹਨੂੰ ਪਾਕਿਸਤਾਨ ਦੀ ਸਪੋਰਟ ਵੀ ਚਾਹੀਦੀ ਹੈ, ਉਹਦੇ ਵਾਸਤੇ ਭਾਰਤ ਦੀ ਵੀ ਚਾਹੀਦੀ ਹੈ। ਪਾਕਿਸਤਾਨ ਦੇ ਕਦੋਂ ਸਪੋਰਟ, ਕਿਉਂਕਿ ਚੀਨ ਬੈਠਾ, ਚੀਨ ਨੇ ਕਈ ਬੰਦਰਗਾਹਾਂ ਲੈ ਵੀ ਲਈਆਂ ਨੇ, ਸ਼ਾਇਦ ਲੀਜ਼ ਤੇ ਲਈਆਂ ਹੋਈਆਂ ਨੇ। ਤੁਹਾਨੂੰ ਹੋਰ ਵੀ ਯਾਦ ਹੋਣਾ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਕਾਪਰ ਨਿਕਲਦਾ, ਚੀਨ ਨੇ ਉਹ ਵੀ ਲਈ ਸੀ ਪਰ ਕੰਮ ਨਹੀਂ ਸ਼ੁਰੂ ਹੋ ਪਾਇਆ, ਉਹਨਾਂ ਨੇ ਵੀ ਲੀਜ਼ ਤੇ ਲਈ ਹੋਈ ਹੈ। ਫਿਰ ਲੱਗਦਾ ਵੀ ਚੀਨ ਇਸ ਵਿੱਚ ਸਮੱਸਿਆ ਬਣ ਜਾਊਗਾ। ਜੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਅਮਰੀਕਾ ਸਹੀ ਰੱਖਣਾ ਚਾਹੁੰਦਾ, ਫਿਰ ਚੀਨ ਕਿਤੇ ਨਾ ਕਿਤੇ ਅੜਚਨ ਤਾਂ ਪਾਊਗਾ ਇਹਦੇ ਵਿੱਚ। ਨਹੀਂ ਪਾਉਂਦਾ, ਰਹੇ ਸਾਰੇ ਕਿਤੇ ਹੀ ਚੱਲਦਾ। ਪਹਿਲਾਂ ਅਮਰੀਕਾ ਤੇ ਚੀਨ ਦਾ ਤਾਂ ਸਭ ਤੋਂ ਜ਼ਿਆਦਾ ਵਪਾਰ ਆਪਸ 'ਚ ਚੱਲਦਾ ਹੈ। ਕੋਈ ਐ ਨਹੀਂ ਹੈ ਕਿ ਵੀ ਇਹ ਜੇ ਇੱਕ ਦੂਜੇ ਦੇ ਰਾਈਵਲ ਨੇ। ਜਿਹੜੇ ਬਿਜ਼ਨਸ ਦੇ ਐਂਗਲ ਨੇ ਦੋਨਾਂ ਦੇ, ਇਕਨੋਮੀ ਦੇ ਐਂਗਲ ਨੇ, ਉਹ ਤਾਂ ਦੋਨਾਂ ਦਾ। ਸਭ ਤੋਂ ਜ਼ਿਆਦਾ ਸਟੇਕ ਅਮਰੀਕਾ 'ਚ ਹੈ, ਜਿੰਨਾ ਮਾਰਕੀਟ ਵੱਡੀ ਮਾਰਕੀਟ ਅਮਰੀਕਾ 'ਚ ਹੈ, ਚਾਈਨਾ ਦੀ ਓਡੀ ਕਿਸੇ ਦੀ ਨਹੀਂ ਹੈ। ਇਸ ਕਰਕੇ ਜਿਹੜੇ ਬਿਜ਼ਨਸ ਦਾ ਐਂਗਲ ਲੱਗਾ, ਇੱਕ ਸੁਪਰ ਪਾਵਰ ਦਾ ਐਂਗਲ ਹੈ ਕਿ ਤੁਸੀਂ ਤੁਹਾਡਾ ਦਬਦਬਾ ਕਿੰਨਾ ਚੱਲਦਾ, ਬਿਲਕੁਲ ਉਹ ਵੀ ਕਰੂਗਾ। ਪਰ ਹੁਣ ਉਹ ਡਾਇਰੈਕਟ ਦਬਦਬੇ ਵਾਲੀਆਂ ਚੀਜ਼ਾਂ ਖਤਮ ਹੋ ਗਈਆਂ ਨੇ ਉਸ ਪੱਧਰ ਤੇ। ਇਸ ਲਈ ਸਰਕਾਰਾਂ ਨੂੰ ਵੀ ਬੈਲੈਂਸ ਕਰਨਾ ਪਏਗਾ। ਚਾਹੇ ਉਹ ਪਾਕਿਸਤਾਨ ਹੈ, ਉਹ ਵੀ 100% ਚੀਨ ਤੇ ਨਹੀਂ ਨਿਰਭਰ ਹੋ ਸਕਦਾ, ਉਹ ਅਮਰੀਕਾ ਤੇ ਵੀ ਨਹੀਂ। ਅੱਜ ਵੀ ਪਾਕਿਸਤਾਨ ਚੀਨ ਨਾਲੋਂ ਬਹੁਤਾ ਅਮਰੀਕਾ ਤੇ ਹੀ ਡਿਪੈਂਡੈਂਟ ਹੈ ਬਾਕੀ ਚੀਜ਼ਾਂ ਦੇ ਮਾਮਲੇ 'ਚ। ਬਥੇਰੀਆਂ ਚੀਜ਼ਾਂ ਇਹੋ ਜਿਹੀਆਂ ਨੇ। ਪਰ ਜੇ ਭਾਰਤ ਪਾਕਿਸਤਾਨ ਤੇ ਇੱਥੋਂ ਦੇ ਰਿਸ਼ਤੇ ਸੁਧਰਦੇ ਨੇ ਸਮੇਤ ਅਫਗਾਨਿਸਤਾਨ, ਤਾਂ ਇਹ ਇੱਕ ਗਵਾਂਢੀਆਂ ਦਾ ਇੱਕ ਵੱਡਾ ਜੁੱਟ ਬਣ ਸਕਦਾ, ਇੱਕ ਠੀਕ ਤਰੀਕੇ ਦਾ ਇੱਕ ਮਾਹੌਲ ਬਣ ਸਕਦਾ। ਕਿਉਂਕਿ ਜੇ ਗੁਆਂਢ ਦੇ ਵਿੱਚ ਤੁਹਾਡੇ ਦੋ ਬਾਂਦਰ ਬਿੱਲੀਆਂ ਵਾਂਗ ਲੜਾਈ ਜਾਣ ਆਲੇ ਦੁਆਲੇ, ਜਿਵੇਂ ਆਪਾਂ ਕਹਿੰਦੇ ਆ, ਤਾਂ ਉਹ ਜ਼ਿਆਦਾ ਖਤਰਨਾਕ ਹੁੰਦਾ ਭਾਰਤ ਲਈ। ਭਾਰਤ ਸਰਕਾਰ ਨੇ ਇੱਕ ਗੱਲ ਜਿਹੜੀ ਕੀਤੀ ਹੈ ਨਾ ਕਿ ਉੱਥੋਂ ਫਟਾਫਟ ਆਪਣਾ ਐਂਬੈਸਡਰ ਵੀ ਬੁਲਾ ਲਿਆ, ਸਾਰੇ ਬੁਲਾ ਲਏ। ਔਰ ਇਹ ਵਿਚਾਰ ਵੀ ਹੈ ਕਈ ਵਿਚਾਰਵਾਨਾਂ ਦਾ, ਜਿਹੜੇ ਵੀ ਕਹਿੰਦੇ ਹੋ ਰਹੀ ਹੈ ਜਿਹੜੇ ਫੋਰਨ, ਉਹ ਤਾਂ ਹੋਊਗੀ। ਜਿਵੇਂ ਅਮਰੀਕਾ ਦੇ ਵਿੱਚ ਸਾਡੇ ਵਿਦੇਸ਼ ਮੰਤਰੀ ਨੂੰ ਕੱਲ੍ਹ ਹੀ ਜੇ ਪਰਸੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਕੀ ਕਰ ਰਹੇ ਹੋ, ਗੱਲ ਕਿਹਦੇ ਨਾਲ ਹੋ ਰਹੀ ਹੈ? ਨਾ ਤਾਂ ਕਿਸੇ ਨੂੰ ਇਹ ਪਤਾ ਕਿਹਦੇ ਨਾਲ ਗੱਲ ਹੋ ਰਹੀ ਹੈ, ਨਾ ਇਹ ਪਤਾ। ਫਿਰ ਤੁਸੀਂ ਜੇ ਗੱਲ ਹੀ ਕਰਨੀ ਸੀ ਤਾਂ ਤੁਸੀਂ ਸਾਰਾ ਆਪਣਾ ਜਿਹੜਾ ਡਿਪਲੋਮੈਟਿਕ ਸਿਸਟਮ ਹੈ ਉਹ ਚੱਕ ਕਿਉਂ ਲਿਆਏ? ਗੱਲ ਜੇ ਕਰਨੀ ਹੁੰਦੀ ਹੈ ਤਾਂ ਤੁਸੀਂ ਉੱਥੇ ਡਿਪਲੋਮੈਟਿਕ ਸੈਟਅਪ ਵੀ ਰੱਖ ਸਕਦੇ ਸੀ ਨਾ। ਉਹਨਾਂ ਚਿਰ ਦੇ ਨਹੀਂ ਰੱਖ ਕੇ ਉੱਥੇ ਨੈਗੋਸ਼ੀਏਸ਼ਨ ਕਰਦੇ। ਜ਼ਰੂਰੀ ਤਾਂ ਨਹੀਂ ਕਿ ਤੁਸੀਂ ਉਹਨੂੰ ਅਜੇ ਮਾਨਤਾ ਦੇ ਰਹੇ ਹੋ। ਜਿਵੇਂ ਉਦੋਂ ਵੀ ਮਤਲਬ ਤਿੰਨ ਦੇਸ਼ਾਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਸੀ। ਪਾਕਿਸਤਾਨ ਸੀ, ਜਿਹੜਾ ਸੰਯੁਕਤ ਅਰਬ ਅਮੀਰਾਤ ਸੀ, ਤੇ ਸਾਊਦੀ ਅਰਬੀਆ ਸੀ। ਔਰ ਉਦੋਂ ਬਾਅਦ ਉਦੋਂ ਤੱਕ ਨਹੀਂ ਦਿੱਤੀ, ਇੰਨੇ ਨੂੰ ਚੱਲ ਗਿਆ ਕੰਮ। ਹੁਣ ਇਹ ਜੇ ਸਾਰੇ ਜਿਹੜੇ ਨੇ, ਜਿਹੜੇ ਸੋਵੀਅਤ ਯੂਨੀਅਨ ਜਾਂ ਚਾਈਨਾ ਜਾਂ ਬਾਕੀ, ਔਰ ਮੈਨੂੰ ਲੱਗਦਾ ਹੈ ਮਾਨਤਾ ਵੀ ਦੇਣਗੇ, ਤਾਂ ਮਾਨਤਾ ਦੇ ਪਿੱਛੇ ਕੁਝ ਸ਼ਰਤਾਂ ਵੀ ਹੋਣਗੀਆਂ। ਮਾਨਤਾ ਖਿਲਾਅ 'ਚੋਂ ਨਹੀਂ ਆਉਂਦੀ, ਤਾਂ ਉਹਦੇ ਬਦਲਾਅ 'ਚ ਵੀ ਕੁਛ ਨਾ ਕੁਛ ਚੇਂਜਸ ਉਸ ਲੈਵਲ ਤੇ। ਪਰ ਅਜੇ ਵੀ ਇੰਡੀਆ ਮੰਨ ਲੂਗਾ ਜੇ ਮਾਨਤਾ ਦਿੰਦੀ ਹੈ। ਪਹਿਲਾਂ ਵੀ ਨਹੀਂ ਇੰਡੀਆ ਨੇ ਮਾਨਤਾ ਨਹੀਂ ਦਿੱਤੀ ਸੀ, ਤਾਲਿਬਾਨ ਸਰਕਾਰ ਜਦੋਂ ਹੈਗੀ ਬਣਨੀ ਸੀ। ਹੁਣ ਜੇ ਮਾਨਤਾ ਦੇ ਦਿੰਦੀ ਹੈ ਇੰਡੀਆ, ਤੇ ਫਿਰ ਲੱਗਦਾ ਅਮਰੀਕਾ ਦੇ ਨਾਲ ਸੰਬੰਧ ਥੋੜ੍ਹੇ ਖਟਾਸ 'ਚ ਆ ਜਾਣਗੇ, ਕਿਉਂਕਿ ਉਹ ਅਫਗਾਨਿਸਤਾਨ ਦੀ ਤਾਲਿਬਾਨ ਨੇ ਤਾਂ ਕਹਿ ਦਿੱਤਾ ਵੀ ਭਾਰਤੀ ਚੀਜ਼ਾਂ ਦੂਰ ਰਹੇ। ਨਹੀਂ ਦੇਖੋ, ਇੱਕ ਤਾਂ ਗੱਲ ਇਹ ਹੈ ਨਾ ਕਿ ਤਾਲਿਬਾਨ ਤੇ ਅਮਰੀਕਾ ਇੱਕ ਦੂਜੇ ਦੇ ਵਿਰੋਧ 'ਚ ਖੜੇ ਨੇ। ਵਿਰੋਧ 'ਚ ਕਿਵੇਂ ਖੜੇ ਨੇ? ਦੋਨਾਂ ਦਾ ਕੰਪਰੋਮਾਈਜ਼ ਹੈ। ਤਾਂ ਇੰਡੀਆ ਦੇ ਰਿਸ਼ਤੇ ਅਮਰੀਕਾ ਨਾਲ ਕਿਵੇਂ ਵਿਗੜਨਗੇ? ਅਮਰੀਕਾ ਇੱਕ ਕੰਪਰੋਮਾਈਜ਼ ਦੇ ਤਹਿਤ ਵਿਡਰਾ ਕਰਕੇ ਗਿਆ, ਸਮਝੌਤੇ ਦੇ ਤਹਿਤ। ਇਹ ਨਹੀਂ ਕਿ ਤਾਲਿਬਾਨ ਤੇ ਉਹਨਾਂ ਦੀ ਕੰਟਰਾਡਿਕਸ਼ਨ ਹੈ, ਸੀਗੀ ਕਦੇ ਕੰਟਰਾਡਿਕਸ਼ਨ। ਇਸ ਲਈ ਇਹਨਾਂ ਹਾਲਾਤਾਂ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਇੱਕ ਦੇਸ਼ ਨਾਲ ਅੱਜ ਤੁਹਾਡੀ ਨਹੀਂ ਬਣਦੀ ਜਾਂ ਇੱਕ ਜਥੇਬੰਦੀ ਨਾਲ ਨਹੀਂ ਬਣਦੀ। ਕਿੰਨੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਟੈਰਰਿਸਟ ਜਥੇਬੰਦੀਆਂ ਕਰਾਰਿਆ ਹੋਇਆ ਸੀ, ਤੇ ਅੱਜ ਕੱਲ੍ਹ ਉਹ ਤੁਹਾਡੀਆਂ ਪਿਆਰੀਆਂ ਨੇ। ਕਿੰਨੀਆਂ ਉਹ ਨੇ ਜਿਹੜੀਆਂ ਤੁਹਾਡੇ ਨਾਲ ਪਿਆਰ। ਅਲ-ਕਾਇਦਾ ਕਿਹਨੇ ਖੜੀ ਕੀਤੀ? ਇੱਕ ਜ਼ਮਾਨੇ 'ਚ ਅਮਰੀਕਾ ਨਹੀਂ ਕੀਤੀ, ਤੇ ਅਲ-ਕਾਇਦਾ ਹੀ ਸਭ ਤੋਂ ਵੱਡੀ ਦੁਸ਼ਮਣ ਹੈ। ਤੇ ਉਹ ਤਾਲਿਬਾਨਾਂ ਨੂੰ ਕਹਿੰਦਾ ਉਹਨੂੰ ਨਹੀਂ ਲਿਆਉਣਾ। ਉਹ ਵੀ ਸ਼ਰਤ ਹੈ ਇੱਕ ਵੀ ਉਹਦੇ ਨਾਲ ਤੁਸੀਂ ਲਾਗਾ ਦੇਗਾ ਨਹੀਂ ਰੱਖਣਾ ਜਾਂ ਫਲਾਨਾ ਨਹੀਂ ਰੱਖਣਾ, ਸਾਨੂੰ ਉਸ ਲੈਵਲ ਤੇ ਕਰੋ। ਇਸ ਲਈ ਜਿਵੇਂ ਸਾਡੇ ਇੱਕ ਮੁਹਾਵਰਾ ਬਣਦਾ, ਹਾਲਾਂਕਿ ਉਹ ਮੁਹਾਵਰਾ ਬਾਹਲਾ ਠੀਕ ਤਾਂ ਨਹੀਂ ਨਾ, ਵੀ ਜਿਵੇਂ ਪੋਲੀਟਿਕਸ 'ਚ ਕੋਈ ਸਦਾ ਦੁਸ਼ਮਣ ਤੇ ਦੋਸਤ ਨਹੀਂ ਹੁੰਦਾ। ਇਸ ਲਈ ਇੰਟਰਨੈਸ਼ਨਲ ਪੋਲੀਟਿਕਸ 'ਚ ਜਿਹੜਾ ਫੋਰਨ ਪਾਲਿਸੀ ਦੇ ਸਵਾਲ ਨੇ, ਉਹ ਵੀ ਹਰ ਦੇਸ਼ ਦੇ ਆਪਣੇ ਇੰਟਰਸਟ ਦੇ ਨਾਲ ਚੱਲਦੇ ਨੇ। ਇੱਕ ਜ਼ਮਾਨੇ 'ਚ ਤੁਹਾਡੀ ਨਹੀਂ ਬਣਦੀ, ਅਗਲੇ ਤੁਹਾਡੀ ਬਣਨ ਲੱਗ ਗਈ। ਉਹ ਸਾਰੀਆਂ ਇਕੁਏਸ਼ਨਜ਼ 'ਤੇ ਨਿਰਭਰ ਕਰਦਾ ਉਸ ਪੱਧਰ ਦੇ ਉੱਤੇ। ਇਸੇ ਕਰਕੇ ਤਾਂ ਬਾਰ-ਬਾਰ ਇਹ ਕਿਹਾ ਜਾਂਦਾ ਕਿ ਜੇ ਹੁਣ ਪਾਕਿਸਤਾਨ ਬਣ ਗਿਆ 47 ਦੇ ਵਿੱਚ, ਤਾਂ ਉਹ ਜਿਹੜੀਆਂ ਪੁਰਾਣੀਆਂ ਰੰਜਿਸ਼ਾਂ ਨੇ ਉਹਨੂੰ ਦੂਰ ਕਰਦੇ ਹੋਏ
ਕੋਈ ਐਸੇ ਰਾਹ ਲੱਭਣੇ ਪੈਣਗੇ ਕਿ ਤੁਸੀਂ ਕਿਵੇਂ ਦੋਸਤੀ ਦੇ ਰੂਪ ਦੇ ਵਿੱਚ ਇਕੱਠੇ ਹੋ ਸਕਦੇ ਹੋ। ਭਾਰਤ ਤੇ ਪਾਕਿਸਤਾਨ ਜੇਕਰ ਹੋ ਜਾਂਦੇ ਨੇ, ਜਿਹੜਾ 550 ਸਾਲਾਂ ਤੇ ਇੱਕ ਕੋਰੀਡੋਰ ਜਿਹੜਾ ਖੁੱਲ ਗਿਆ ਕਰਤਾਰਪੁਰ ਸਾਹਿਬ ਵਾਲਾ, ਤੇ ਜੇ ਵਾਘਾ ਤੇ ਹੁਸੈਨੀ ਵਾਲਾ ਤੇ ਸਾਦਕੀ ਸੁਲੇਮਾਨ ਕੀ ਖੁੱਲਦੇ ਨੇ, ਤਾਂ ਦੋਨਾਂ ਦੇਸ਼ਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੈ ਅਲੱਗ-ਅਲੱਗ ਟਾਈਪ ਦਾ, ਔਰ ਇਹ ਤਾਕਤ ਵੀ ਬਹੁਤ ਵੱਡੀ ਬਣੂਗੀ। ਤੇ ਸਾਊਥ ਏਸ਼ੀਆ ਵੀ ਘੱਟੋ ਘੱਟ ਇਹੀ ਦੋ ਵੱਡੇ ਦੇਸ਼ ਨੇ, ਜਾਂ ਦੋਨਾਂ ਦੀ ਬਣ ਲੱਗੀ ਤਾਂ ਪੂਰੇ ਦੱਖਣੀ ਏਸ਼ੀਆ ਦੀ ਵੀ ਬਣਨ ਲੱਗ ਜੂਗੀ, ਤਾਂ ਤੁਸੀਂ ਆਪਣਾ ਇੱਕ ਪਾਵਰ ਸੈਂਟਰ ਵੀ ਬਣ ਜਾਓਗੇ। ਤੁਹਾਡੀ ਜਿਹੜੀ ਪਾਵਰ ਸਮਤੋਲ ਹੈ ਉਹਦੇ ਚ ਬੁਕਤ ਕੰਪੈਰੇਟਿਵਲੀ ਜ਼ਿਆਦਾ ਵੱਧ ਜੂਗੀ। ਅੱਛਾ, ਮੇਰਾ ਸਵਾਲ ਹੈ ਕਿ ਪੰਜਾਬ ਦੀ ਗੱਲ ਕਰੀਏ, ਜਦੋਂ ਚੀਨ ਵਾਲੇ ਪਾਸੇ ਗੱਲ ਹੁੰਦੀ ਹੈ, ਪਾਕਿਸਤਾਨ ਵਾਲੇ ਪਾਸੇ ਗੱਲ ਹੁੰਦੀ ਹੈ, ਪੰਜਾਬ ਕਿਤੇ ਨਾ ਕਿਤੇ ਰਾਜਨੀਤੀ ਪੱਖੋਂ ਜਾਂ ਲੋਕਾਂ ਪੱਖੋਂ ਕਿਤੇ ਸਟੈਂਡ ਕਰਦਾ। ਜੇ ਅੱਜ ਤਾਲਿਬਾਨ ਨੇ ਅਫਗਾਨਿਸਤਾਨ ਤੇ ਜੇ ਕਬਜ਼ਾ ਕਰ ਲਿਆ, ਤੁਸੀਂ ਵੀ ਜਿਵੇਂ ਜ਼ਿਕਰ ਕਰ ਰਹੇ ਸੀ 1800 ਦੀ ਗੱਲ ਕਰੀ ਹਰੀ ਸਿੰਘ ਨਲਵੇ ਦੀ, ਕਿਤੇ ਨਾ ਕਿਤੇ ਡਾਇਰੈਕਟ ਆਪਾਂ ਕਹਿ ਲਈਏ 47 ਤੋਂ ਪਹਿਲਾਂ ਅਫਗਾਨਿਸਤਾਨ ਪਾਕਿਸਤਾਨ ਵਾਲੀ ਚੀਜ਼ਾਂ ਜੁੜੀਆਂ ਹੋਈਆਂ ਨੇ। ਪਾਕਿਸਤਾਨ ਤਾਂ ਪੰਜਾਬ ਸੀ ਸਾਰਾ, ਫਿਰ ਪਾਕਿਸਤਾਨ ਦੀ ਰਾਜਨੀਤੀ ਉੱਤੇ ਜਾਂ ਪਾਕਿਸਤਾਨ ਦੇ ਲੋਕਾਂ ਉੱਤੇ ਫਿਰ ਕੀ ਅਸਰ ਪੈਂਦਾ ਹੈ ਤਾਲਿਬਾਨ ਨੂੰ ਲੈ ਕੇ, ਪਾਕਿਸਤਾਨ ਨੂੰ ਲੈ ਕੇ ਜਾਂ ਚੀਨ ਨੂੰ ਲੈ ਕੇ? ਨਹੀਂ ਦੇਖੋ, ਪਾਕਿਸਤਾਨੀ ਵੀ ਬਹੁਤੇ ਤਾਂ ਇਹੀ ਕਹਿ ਰਹੇ ਨੇ, ਕਿਉਂਕਿ ਪਿਛਲੇ ਦਿਨਾਂ 'ਚ ਚਾਹੇ ਉਹਨਾਂ ਨੇ ਤਾਲਿਬਾਨ ਨੂੰ ਸਪੋਰਟ ਕੀਤਾ, ਬੜਾ ਕੁਛ ਕੀਤਾ, ਪਰ ਉਦੋਂ ਬਾਅਦ ਉਹਨਾਂ ਦੀ ਤਾਲਿਬਾਨ ਨਾਲ ਰਿਐਕਸ਼ਨ ਵੀ ਬੜੇ ਆਏ। ਤਾਂ ਕਿੰਨੇ ਪੇਸ਼ਾਵਰ ਦੇ ਵਿੱਚੋਂ ਸਕੂਲ ਦੇ ਵਿੱਚ ਦੇਖੋ ਕਿੰਨੇ ਬੱਚਿਆਂ ਸਮੇਤ ਤੇ ਸਾਰੇ ਮਾਰਤੇ ਸੀ, ਤੇ ਉਦੋਂ ਬਾਅਦ ਵੀ 2 ਤਾਂ ਵੱਡੇ ਅਟੈਕ ਹੋਏ ਨੇ ਪਾਕਿਸਤਾਨ ਦੇ ਉੱਤੇ, ਜਿਹਦੇ ਤੇ ਫਿਰ ਪਾਕਿਸਤਾਨ ਮਿਲਟਰੀ ਨੇ ਬਾਉਂਸ ਬੈਕ ਵੀ ਕੀਤਾ ਤੇ ਕਾਫੀ ਲੋਕਾਂ ਨਾਲ ਉਹ ਵੀ ਕੀਤਾ। ਮਤਲਬ ਜਿਹੜਾ ਇਹ ਤਰੀਕਾ ਹੁਣ ਜ਼ੋਰ ਜ਼ਬਰਦਸਤੀ ਹਥਿਆਰਾਂ ਦੇ ਜ਼ੋਰ ਕਿਸੇ ਨੂੰ ਸਹਿਮਤ ਕਰਾਉਣ ਦਾ ਜਾਂ ਆਪਣੀ ਰਿੱਟ ਚਲਾਉਣ ਦਾ, ਹੁਣ ਉਹ ਦੌਰ ਨਹੀਂ ਰਿਹਾ ਉਸ ਪੱਧਰ ਤੇ, ਉਹਦੇ ਤੇ ਲਾਸ ਹੀ ਹੋਏਗਾ ਦੋਨੇ ਤਰੀਕੇ ਨਾਲ। ਇਸੇ ਕਰਕੇ ਪਾਕਿਸਤਾਨ ਵੀ ਇੱਕ ਲੈਵਲ ਦਾ ਪੀੜਤ ਤਾਂ ਹੈ ਹੀ ਹੈ, ਭਾਵੇਂ ਉਹਨੇ ਭਾਰਤ ਖਿਲਾਫ ਵਰਤਿਆ ਉਹਨੂੰ ਜਾਂ ਜੋ ਵੀ ਮਰਜ਼ੀ ਵਰਤਿਆ, ਪਰ ਉਹ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਜਿੰਨ ਬਾਹਰ ਕੱਢ ਲਓ, ਉਹ ਜ਼ਰੂਰੀ ਨਹੀਂ ਬਾਹਰਲੇ ਨੂੰ ਇਹ ਖਰਾਬ ਕਰਦਾ, ਤੁਹਾਨੂੰ ਵੀ ਕਰਦਾ ਬੜੀ ਵਾਰ ਜਦੋਂ ਗਲਤ ਐਂਗਲ ਹੁੰਦਾ, ਗਲਤ ਦੌਰ ਹੁੰਦਾ ਉਸ ਪੱਧਰ ਦਾ। ਔਰ ਇੰਨੀਆਂ ਬੰਦੂਕਾਂ ਜਦੋਂ ਤੁਸੀਂ ਬਾਹਰ ਕੱਢ ਦਿੰਦੇ ਹੋ, ਤੇ ਅੱਜ ਤੁਹਾਡੇ ਨਾਲ ਨੇ, ਹੋ ਸਕਦਾ ਕੱਲ੍ਹ ਨੂੰ ਤੁਹਾਡੇ ਉਲਟ ਵੀ ਖੜੀਆਂ ਹੋ ਜਾਣ, ਉਹ ਜਿਹੜੀਆਂ ਸਾਰੀਆਂ ਚੱਲਦੀਆਂ ਨੇ। ਇਸੇ ਕਰਕੇ ਪਾਕਿਸਤਾਨ ਨੂੰ ਵੀ ਇਹ ਸੋਚਣਾ ਪਏਗਾ ਕਿ ਉਹਦਾ ਜਿਹੜਾ ਫਿਊਚਰ ਹੈ, ਉਹਦਾ ਭਵਿੱਖ ਹੈ, ਉਹ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦੇ ਵਿੱਚ ਹੈ, ਦੋਨਾਂ ਦੇ ਕਲੈਸ਼ ਦੇ ਵਿੱਚ ਨਹੀਂ ਹੈ। ਨਹੀਂ ਤਾਂ ਦੋਨਾਂ ਦੇ ਕਲੈਸ਼ ਦੇ ਵਿੱਚ ਉਹ ਅਮਰੀਕਾ ਤੇ ਚੀਨ ਦਾ ਹੀ ਖਾਜਾ ਬਣ ਜਾਣਗੇ ਦੋਨੋਂ ਜਾਣੇ, ਤੇ ਦੋਨਾਂ ਨੂੰ ਕੁਝ ਨਹੀਂ ਉਸ ਪੱਧਰ ਦੇ ਉੱਤੇ ਮਿਲੇਗਾ। ਔਰ ਭਾਰਤ ਵੀ ਤੁਸੀਂ ਦੇਖੋ ਕਿ ਚੀਨ ਨਾਲ ਲੜਾਈ ਹੈ, ਚੀਨ ਕਿਉਂਕਿ ਵੱਡਾ ਕੰਟਰੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਭਾਰਤ ਪਾਕਿਸਤਾਨ ਵਾਲਾ ਵਿਵਹਾਰ ਚੀਨ ਨਾਲ ਥੋੜ੍ਹੀ ਕਰ ਰਿਹਾ। ਉੱਥੇ ਤਾਂ ਸਾਡੇ ਬੰਦੇ ਵੀ ਮਰੇ, ਨੌਜਵਾਨ ਮੁੰਡੇ ਕਿੰਨੇ ਸ਼ਹੀਦ ਹੋਏ, ਪੰਜਾਬ ਦੇ ਸ਼ਹੀਦ ਹੋਏ, ਤੇ ਪਰ ਅਜੇ ਤੱਕ ਕੋਈ ਗੱਲ ਨਹੀਂ। ਉਹ ਕਹਿੰਦੇ ਠੀਕ ਹੈ ਜੀ, ਕੋਈ ਇਹੋ ਜਿਹੀ ਗੱਲ ਨਹੀਂ, ਅਸੀਂ ਜਾਰੀ ਰੱਖਾਂਗੇ, ਅਸੀਂ ਇੰਚ ਵੀ ਦੇਵਾਂਗੇ ਨਹੀਂ, ਐਵੇਂ ਹੀ ਬਿਆਨਬਾਜ਼ੀ ਹੋ ਰਹੀ ਹੈ। ਪ੍ਰੈਕਟੀਕਲ ਤਾਂ ਚੀਨ ਅੱਗੇ ਤੱਕ ਜਿੱਥੇ ਤੱਕ ਆਇਆ ਉੱਥੇ ਹੀ ਬੈਠਾ ਉਹ, ਕੋਈ ਗੱਲ ਨਹੀਂ ਹੈ। ਤੇ ਪਾਕਿਸਤਾਨ ਕਿਉਂਕਿ ਤੁਹਾਨੂੰ ਥੋੜ੍ਹਾ ਜਿਹਾ ਤੁਹਾਡੇ ਤੋਂ ਕਮਜ਼ੋਰ ਲੱਗਦਾ, ਉੱਥੇ ਤੁਸੀਂ ਬੜਾ ਵੱਡਾ ਇਕੱਲਾ ਕਮਜ਼ੋਰ ਨਹੀਂ ਲੱਗਦਾ, ਤੁਹਾਨੂੰ ਇੱਥੇ ਵੋਟ ਮਿਲਦੀ ਲੱਗਦੀ ਹੈ, ਮਤਲਬ ਹਿੰਦੂਤਵ ਦੇ ਨਾਂ 'ਤੇ। ਇਸ ਲਈ ਜੇਕਰ ਦੇਸ਼ਾਂ ਦੇ ਮਾਮਲਿਆਂ ਦੇ ਵਿੱਚ, ਮਾਨਵਤਾ ਦੇ ਮਾਮਲਿਆਂ ਦੇ ਵਿੱਚ ਸੋਚਣਾ ਹੋਵੇ, ਤਾਂ ਥੋੜ੍ਹਾ ਜਿਹਾ ਵੋਟਾਂ ਦਾ ਚੱਕਰ ਛੱਡ ਕੇ, ਵੋਟਾਂ ਵੀ ਚੰਗੇ ਕੰਮ ਲਈ ਮਿਲ ਜਾਣਗੀਆਂ। ਮੈਨੂੰ ਲੱਗਦਾ ਜੇ ਦੋਨਾਂ 'ਚ ਦੋਸਤੀ ਹੋ ਜਾਏ, ਜਦੋਂ ਵਾਜਪਾਈ ਬੱਸ ਦੇ ਵਿੱਚ ਗਏ ਸੀ ਉਦੋਂ ਸਾਰਾ ਦੇਸ਼ ਵਾਹਵਾ ਕਰਦਾ ਸੀ, ਤਾੜੀਆਂ ਮਾਰਦਾ ਸੀ। ਇਸ ਲਈ ਜੇ ਹੁਕਮਰਾਨ ਉੱਧਰ ਲੱਗ ਜਾਣ ਨਾ ਕਿ ਦੋਸਤੀ 'ਚ ਹੈ, ਪਹਿਲੀ ਵਾਰ ਵੋਟਾਂ ਦੋਸਤੀ 'ਚ ਵੀ ਮਿਲ ਜਾਣਗੀਆਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੇ ਪਰ ਤੁਸੀਂ ਕਰਨਾ ਨਹੀਂ ਚਾਹੁੰਦੇ ਉਸ ਪਾਸੇ ਵੱਲ, ਕਿਉਂਕਿ ਲੋਕ ਤਾਂ ਤਾੜੀ ਮਾਰਦੇ ਨੇ। ਜਿੱਦਣ ਵੀ ਪਾਕਿਸਤਾਨ ਨਾਲ ਇੱਥੇ ਪੰਜਾਬ, ਪਹਿਲਾਂ ਅਮਰਿੰਦਰ ਸਰਕਾਰ ਇਹ ਤੋਂ ਪਹਿਲਾਂ ਸੀ, ਜਦੋਂ ਪੰਜਾਬ ਖੇਡਾਂ ਹੋਈਆਂ ਸੀ, 15 ਦਿਨ ਇੱਥੇ ਖੇਡਾਂ ਹੋਈਆਂ, ਮੁੜ ਕੇ ਪਾਕਿਸਤਾਨ ਦੇ ਪੰਜਾਬ 'ਚ ਹੋਣੀਆਂ ਸੀ, ਤੇ ਉਹਦਾ ਇੰਨਾ ਵੈਲਕਮ ਕੀਤਾ ਲੋਕਾਂ ਨੇ ਵੀ ਚਲੋ ਚੰਗਾ, ਅਸੀਂ ਆਪਸ ਦੇ ਵਿੱਚ ਖੇਡਣ ਲੱਗੇ, ਆਪਸ ਦੇ ਵਿੱਚ ਉਹ ਹੈ। ਲੋਕਾਂ 'ਚ ਤਾਂ ਮੁਹੱਬਤ ਬਰਕਰਾਰ ਹੈ ਨਾ। ਪੋਲੀਟੀਕਲ ਐਂਗਲ ਜਿਹੜਾ ਤੁਸੀਂ ਲੈ ਕੇ ਆਉਂਦੇ ਹੋ, ਅੱਧੇ ਲੋਕ ਡਰਦੇ ਮਾਰੇ ਨਹੀਂ ਬੋਲਦੇ ਕਿ ਜੇ ਦੋ ਪੰਜਾਬ ਆਪਸ 'ਚ ਜੀ ਸਹਿਮਤੀ ਕਰ ਲੈਣ, ਫਲਾਨਾ ਕਿਤੇ ਐ ਨਾ ਕਹਿ ਦੇ ਤੂੰ ਤਾਂ ਦੇਸ਼ ਦੇ ਖਿਲਾਫ ਹੋ ਗਿਆ, ਤੂੰ ਦੇਸ਼ ਧਰੋਹੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਅੱਧੇ ਇਸ ਕਰਕੇ ਨਹੀਂ ਬੋਲਦੇ, ਪਰ ਦਿਲੋਂ ਤਾਂ ਲੋਕ ਗਲਵੱਖੜੀਆਂ ਪਾ ਰਹੇ ਨੇ ਇੱਕ ਦੂਜੇ ਨੂੰ ਨਾ, ਜਾ ਕੇ ਜੇਕਰ ਤੁਸੀਂ ਥੋੜ੍ਹਾ ਜਿਹਾ ਖੁੱਲ੍ਹ ਦੇ ਦਿਓ। ਇਸ ਕਰਕੇ ਜਦੋਂ ਲੋਕਾਂ ਦੀਆਂ ਮਨੋਭਾਵਨਾਵਾਂ ਨੇ, ਇਕੱਲੀਆਂ ਲੋਕਾਂ ਦੀਆਂ ਮਨੋਭਾਵਨਾ ਦਾ ਗੱਲ ਨਹੀਂ, ਜਦੋਂ ਸਾਡਾ ਭਵਿੱਖ ਇਹਦੇ 'ਤੇ ਹੈ, ਸਾਡਾ ਰੁਜ਼ਗਾਰ, ਸਾਡੀ ਸਿਹਤ, ਸਾਡੀ ਸਿੱਖਿਆ, ਸਾਡਾ ਸਭ ਕੁਝ ਦਾਰੋਮਦਾਰ ਆਪਸੀ ਭਵਿੱਖ ਸਾਂਝਾ ਹੈ, ਤਾਂ ਸਾਂਝੇ ਭਵਿੱਖ ਦੇ ਲਈ ਸਾਂਝੀ ਪਹੁੰਚ ਦੀ ਵੀ ਲੋੜ ਹੁੰਦੀ ਹੈ। ਡਾਂਗ ਤੇ ਡੇਰੇ ਵਾਲਾ ਜਿਹੜਾ ਕੰਮ ਹੈ ਨਾ, ਉਹ ਮਲੰਗਾਂ ਦਾ ਹੁੰਦਾ, ਜਿਵੇਂ ਕਹਿੰਦੇ ਨੇ ਹਮੇਸ਼ਾ ਹੀ ਡਾਂਗ ਤੇ ਡੇਰਾ ਆਪਣਾ, ਤਾਂ ਜਿਨ੍ਹਾਂ ਨੇ ਕੋਈ ਵਸੇਬਾ ਨਹੀਂ ਕਰਨਾ ਹੁੰਦਾ, ਜਾਂ ਠੇਕੇ ਜਾਂ ਥਾਣੇ। ਤੇ ਸਾਡੀਆਂ ਸਰਕਾਰਾਂ ਨੂੰ ਮਤਲਬ ਉਦੋਂ ਉੱਪਰ ਉੱਠ ਕੇ ਮੈਚੋਰਿਟੀ ਦਿਖਾਉਣੀ ਚਾਹੀਦੀ ਹੈ ਤੇ ਉਸ ਪਾਸੇ ਵੱਲ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਰ ਸਿੰਘ। ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਤਾਲਿਬਾਨ ਨੂੰ ਲੈ ਕੇ, ਭਾਰਤ ਨੂੰ ਲੈ ਕੇ, ਚੀਨ ਨੂੰ ਲੈ ਕੇ, ਪਾਕਿਸਤਾਨ ਨੂੰ ਲੈ ਕੇ ਜਿਸ ਤਰੀਕੇ ਨਾਲ ਇਸ ਸਮੇਂ ਗੱਲਬਾਤ ਹੁੰਦੀ ਪਈ ਹੈ, ਚੱਲਦੀ ਪਈ ਹੈ, ਇੱਕੋ ਹੀ ਹੱਲ ਨਜ਼ਰ ਆਉਂਦਾ ਦੋਸਤੀ ਦਾ। ਜੇ ਦੋਸਤੀ ਵਾਲੇ ਪਾਸੇ ਜਾਂਦੇ ਨੇ ਪਾਕਿਸਤਾਨ ਤੇ ਭਾਰਤ, ਤਾਂ ਦੋਨੋਂ ਨੂੰ ਹੀ ਫਾਇਦਾ ਹੋਊਗਾ ਵਪਾਰ ਪੱਖੋਂ, ਇੱਕ ਦੂਜੇ ਨਾਲ ਵਪਾਰ ਕਰਨਗੇ, ਦੋਨਾਂ ਨੂੰ ਫਾਇਦਾ ਹੋਊਗਾ। ਵਾਜਪਾਈ ਵੇਲੇ ਵੀ ਇੱਕ ਬੱਸ ਗਈ ਸੀ ਜਿਸ ਵਿੱਚ ਦੋਨਾਂ ਦੇਸ਼ਾਂ ਨੇ, ਦੋਨਾਂ ਮੁਲਕਾਂ ਨੇ ਸਵਾਗਤ ਕੀਤਾ ਸੀ ਵੀ ਠੀਕ ਹੈ, ਇੱਕ ਪ੍ਰਧਾਨ ਮੰਤਰੀ ਦੂਜੇ ਦੇਸ਼ ਵਿੱਚ ਜਾ ਰਿਹਾ। ਤੇ ਖੇਡਾਂ ਵੀ ਹੋਈਆਂ ਸੀ ਪਿਛਲੀ ਕੈਪਟਨ ਸਰਕਾਰ ਦੇ ਵੇਲੇ 2002 ਤੋਂ ਲੈ ਕੇ 2007 ਵਿੱਚ
ਕੈਪਟਨ ਸਰਕਾਰ ਰਹੀ ਸੀ, ਤਾਂ ਦੁਬਾਰਾ ਫਿਰ ਕਿਤੇ ਨਾ ਕਿਤੇ ਤਾਲਿਬਾਨ ਦੀ ਚਰਚਾ ਛਿੜੀ ਹੋਈ ਹੈ। ਅਲ-ਕਾਇਦਾ ਦੇ ਵਿੱਚੋਂ ਹੀ ਤਾਲਿਬਾਨ ਨਿਕਲਿਆ ਸੀ, ਜਿਸ ਤੋਂ ਬਾਅਦ ਲਗਭਗ ਵੀ 21 ਸਾਲ ਅਮਰੀਕਾ ਉੱਥੇ ਰਿਹਾ। ਹੁਣ ਸਮਝੌਤੇ ਤਹਿਤ ਬਾਹਰ ਤਾਂ ਆ ਗਿਆ, ਪਰ ਅੱਜ ਵੀ ਅਮਰੀਕਾ ਨੂੰ ਕਹਿ ਦੇਣ ਕਿ ਤੁਸੀਂ ਸੁਪਰ ਪਾਵਰ ਹੋਣ ਦੇ ਬਾਵਜੂਦ ਭੱਜ ਕੇ ਕਿਉਂ ਉੱਥੋਂ ਆ ਗਏ, ਉੱਥੇ ਹੀ ਰਹਿੰਦੇ ਅੱਜ ਲੋਕਾਂ ਨੂੰ ਕਿਸ ਛੱਡ ਕੇ ਆਏ ਹੋ।